ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਚੈਨਲ 'ਤੇ ਪਹਿਲੀ ਵਾਰ ਆਏ ਨੇ, ਚੈਨਲ ਨੂੰ ਸਬਸਕ੍ਰਾਈਬ ਕਰਨ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲ ਰਹੇ। ਸੋ ਇਸ ਚੈਨਲ ਦੇ ਉੱਤੇ ਪੀਐਸਟੈਟ, ਸੀਟੈਟ, ਮਾਸਟਰ ਕੇਡਰ, ਐਨਟੀਟੀ ਐਂਡ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਤੁਹਾਨੂੰ ਜਿਹੜੀਆਂ ਵੀਡੀਓਜ਼ ਉਹ ਮਿਲਦੀਆਂ ਰਹਿਣਗੀਆਂ। ਸੋ ਇਸ ਲਈ ਜਿਹੜਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਰ ਤੁਸੀਂ WhatsApp ਗਰੁੱਪ ਜੁਆਇਨ ਕਰਨਾ ਚਾਹੁੰਦੇ ਹਾਂ ਤਾਂ ਤੁਹਾਨੂੰ ਉੱਥੇ ਸਾਰੀਆਂ ਜਿਹੜੀਆਂ ਉਹ PDF ਮਿਲਦੀਆਂ ਰਹਿਣੀਆਂ। ਉਹ ਤੁਹਾਨੂੰ ਲਾਸਟ ਦੇ ਵਿੱਚ ਜਿਹੜੀ ਸਲਾਈਡ ਉਸ ਦੇ ਵਿੱਚ ਤੁਹਾਨੂੰ ਕੰਟੈਕਟ ਨੰਬਰ ਜਿਹੜਾ ਮਿਲ ਜਾਵੇਗਾ, ਜਿੱਥੇ ਤੁਸੀਂ ਕੰਟੈਕਟ ਕਰਕੇ ਸਾਰੀਆਂ PDF ਜਿਹੜੀਆਂ ਉਹ ਲੈ ਸਕਦੇ ਹੋਗੇ ਹੋ। ਸੋ NCERT ਦੀਆਂ 6ਵੀਂ ਕਲਾਸ ਤੋਂ ਲੈ ਕੇ +2 ਤੱਕ ਦੀਆਂ ਔਰ 6ਵੀਂ ਕਲਾਸ ਤੋਂ ਲੈ ਕੇ 12ਵੀਂ ਤੱਕ ਦੀਆਂ ਕਲਾਸਾਂ ਪੰਜਾਬ ਬੋਰਡ ਦੀਆਂ ਸਾਰੇ ਦੇ ਸਾਰੇ ਜਿਹੜੇ ਚੈਪਟਰ ਹੈਗੇ ਉਹ ਅਸੀਂ ਇਸ ਚੈਨਲ ਦੇ ਉੱਤੇ ਅਪਲੋਡ ਕਰ ਦੇਵਾਂਗੇ ਤਾਂ ਕਿ ਤੁਸੀਂ ਇੱਕ ਵਧੀਆ ਤਰੀਕੇ ਦੇ ਨਾਲ ਹਰ ਇੱਕ ਟੌਪਿਕ ਨੂੰ ਅੱਛੀ ਤਰ੍ਹਾਂ ਜਿਹੜਾ ਸਮਝ ਸਕੋ। ਸੋ ਇਹ ਸਾਰੇ ਦੇ ਸਾਰੇ ਜਿਹੜੇ ਤੁਹਾਨੂੰ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਮਿਲਣਗੇ, ਕੰਬੀਨੇਸ਼ਨ ਇਹਨਾਂ ਦੋਨਾਂ ਦਾ ਮਿਲੂਗਾ ਤਾਂ ਕਿ ਇੰਗਲਿਸ਼ ਅਤੇ ਪੰਜਾਬੀ ਦੇ ਥਰੂ ਤੁਸੀਂ ਦੋਨੇ ਚੀਜ਼ਾਂ ਨੂੰ ਜਿਹੜਾ ਸਮਝ ਸਕੋ। ਬਟ ਜਿਹੜੀ ਸਪੀਕਿੰਗ ਹੋਊਗੀ ਉਹ ਪੰਜਾਬੀ ਦੇ ਵਿੱਚ ਰਹੇਗੀ ਤਾਂ ਕਿ ਤੁਸੀਂ ਇਸ ਟੌਪਿਕ ਨੂੰ ਕਲੀਅਰ ਕਰ ਲਵੋ। ਠੀਕ ਹੈ। ਤੇ ਇਹ ਜਿਹੜੇ 6ਵੀਂ ਤੋਂ +2 ਤੱਕ ਦਾ ਜਿਹੜਾ ਸਿਲੇਬਸ ਰਹੇਗਾ, ਇਹ ਤੁਹਾਡੇ NTT ਦੇ ਐਗਜ਼ਾਮ ਦੇ ਵਿੱਚ, ਪਟਵਾਰੀ ਦੇ ਐਗਜ਼ਾਮ ਦੇ ਵਿੱਚ, SSC ਦੇ ਐਗਜ਼ਾਮ ਦੇ ਵਿੱਚ ਐਂਡ PSTET ਦੇ ਐਗਜ਼ਾਮ ਦੇ ਵਿੱਚ ਔਰ CTET ਐਗਜ਼ਾਮ ਦੇ ਵਿੱਚ ਐਂਡ ਮਾਸਟਰ ਕੇਡਰ ਦੇ ਐਗਜ਼ਾਮ ਦੇ ਵਿੱਚ ਤੁਹਾਨੂੰ ਕੰਮ ਦੇਣਗੇ। ਸੋ ਇਸ ਕਰਕੇ ਇਹ ਸਾਰੇ ਹੀ ਜਿਹੜੇ ਕਹਿ ਸਕਦੇ ਹੋ ਟੌਪਿਕ ਹੈ, ਇਹ ਸਾਰੇ ਹੀ ਜਿਹੜੇ ਕੰਪੀਟੀਸ਼ਨ ਐਗਜ਼ਾਮ ਵਾਲੇ ਪੇਪਰ ਨੇ ਉਹਨਾਂ ਦੇ ਵਿੱਚ ਤੁਹਾਨੂੰ ਹੈਲਪ ਕਰਨਗੇ। ਸੋ ਆਸ ਕਰਦਾ ਕਿ ਇਹ ਵਾਲਾ ਸੈਸ਼ਨ ਤੁਹਾਡੇ ਲਈ ਕਾਫੀ ਹੈਲਪਫੁਲ ਰਹੂਗਾ। ਸੋ ਅੱਜ ਅਸੀਂ ਫਸਟ ਡਿਸਕਸ ਕਰਾਂਗੇ ਚੈਪਟਰ ਨੰਬਰ ਫਸਟ ਵਟ, ਵੇਅਰ, ਹਾਊ ਐਂਡ ਵੈਨ। ਕਲਾਸ 6 ਦਾ ਹੈ। ਸੋ NCERT ਦਾ ਇਹ ਟੌਪਿਕ ਹੈ। ਸੋ ਕਾਫੀ ਇੰਟਰਸਟਿੰਗ ਹੈ ਕਿ ਹਿਸਟਰੀ ਦੇ ਵਿੱਚ ਕਿਵੇਂ ਕੁਝ ਵਾਪਰਦਾ ਹੈ, ਕਿਉਂ ਹੁੰਦਾ ਹੈ, ਕਿਵੇਂ ਹੁੰਦਾ ਹੈ ਤੇ ਕਦੋਂ ਹੁੰਦਾ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਇਸ ਚੈਪਟਰ ਦੇ ਵਿੱਚ ਦਿੱਤੀਆਂ ਹੋਈਆਂ ਨੇ। ਸੋ ਸਮਝਣ ਵਾਲੀ ਹੈ। ਸੋ ਇਸ ਨੂੰ ਆਪਾਂ ਪੂਰੀ ਡਿਟੇਲ ਦੇ ਵਿੱਚ ਜਿਹੜਾ ਇੱਥੇ ਸਮਝਾਂਗੇ। ਸੋ ਅਸੀਂ ਸ਼ੁਰੂਆਤ ਦੇ ਵਿੱਚ ਦੇਖਦੇ ਹਾਂ ਟੌਪਿਕ ਹੈ ਕਿ ਕਿਵੇਂ ਪਤਾ ਲੱਗਿਆ ਕਿ ਕੀ ਹੋਇਆ ਹੈ। ਸੋ ਅਸੀਂ ਸਾਡੇ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਹੈ ਕਿ ਕਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਹੈ ਨਾ ਕਿ ਪਿੱਛੇ ਜੋ ਸਾਡੀ ਬੈਕਗਰਾਉਂਡ ਉਸ ਦੇ ਵਿੱਚ ਕੀ ਕੁਝ ਵਾਪਰਿਆ ਹੈ। ਤੇ ਇਹਦੇ 3 ਜਿਹੜੇ ਫੈਕਟਰ ਹੁੰਦੇ ਨੇ। ਸੋ ਫਸਟ ਆ ਜਾਂਦਾ ਕਿ ਕੱਲ੍ਹ, ਕਿ ਅਸੀਂ ਗੱਲ ਕਰੀਏ, ਅਸੀਂ ਜਾਣਨਾ ਹੋਵੇ ਕਿ ਕੱਲ੍ਹ ਪਿੱਛੇ ਕੀ ਹੋਇਆ, ਕੱਲ੍ਹ ਦੇ ਦਿਨ ਦੇ ਵਿੱਚ ਕੀ ਹੈ। ਤਾਂ ਉਹਦੇ ਲਈ ਸਾਡੇ ਕੋਲੇ ਜਾਣਨ ਦੇ ਲਈ 2 ਤਰ੍ਹਾਂ ਦੇ ਸਾਧਨ ਨੇ। ਇੱਕ ਹੈ ਰੇਡੀਓ, ਜਿਸ ਦੇ ਥਰੂ ਅਸੀਂ ਰੇਡੀਓ ਤੋਂ ਨਿਊਜ਼ ਸੁਣ ਸਕਦੇ ਹਾਂ। ਠੀਕ ਹੈ, ਜਿਹਦੇ ਥਰੂ ਸਾਨੂੰ ਪਤਾ ਲੱਗੇ ਕਿ ਕੱਲ੍ਹ ਵਾਲੇ 25 ਤਰੀਕ ਨੂੰ ਕੀ ਹੋਇਆ ਸੀ। ਠੀਕ ਹੈ। ਔਰ ਟੈਲੀਵਿਜ਼ਨ ਦੇ ਥਰੂ ਅਸੀਂ ਪੁਰਾਣੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਸਮਝ ਸਕਦੇ ਹੈਗੇ ਆਂਗੇ ਕੱਲ੍ਹ ਵਾਲੇ ਨੂੰ। ਠੀਕ ਹੈ। ਇਸ ਤੋਂ ਇਲਾਵਾ ਅਖਬਾਰ ਸਾਡੇ ਕੋਲੇ ਰਿਸੋਰਸ ਹੈ, ਜਿਹਦੇ ਥਰੂ ਅਸੀਂ ਕੱਲ੍ਹ ਵਾਲੀਆਂ ਚੀਜ਼ਾਂ ਨੂੰ ਜਾਣ ਸਕਦੇ ਹਾਂ ਕਿ ਕੱਲ੍ਹ ਕੀ ਵਾਪਰਿਆ ਸੀ। ਠੀਕ ਹੈ। ਇੱਕ ਆ ਜਾਂਦਾ ਹੈ ਕਿ ਪਿਛਲੇ ਸਾਲ ਕੀ ਹੋਇਆ। ਇੱਕ ਦਿਨ ਦੀ ਗੱਲ ਕੀਤੀ ਹੈ ਕੱਲ੍ਹ, ਇਸ ਤੋਂ ਬਾਅਦ ਇੱਕ ਸਾਲ ਦੀ ਗੱਲ ਹੋ ਗਈ, ਪਿਛਲੇ ਸਾਲ ਕੀ ਹੋਇਆ। ਤਾਂ ਪਿਛਲੇ ਸਾਲ ਜਾਣਨ ਦੇ ਲਈ ਸਾਨੂੰ ਇਹ ਹੈ ਕਿ ਕਿਸੇ ਅਸੀਂ ਵਿਅਕਤੀ ਨੂੰ ਪੁੱਛ ਸਕਦੇ ਹਾਂ ਜੋ ਸਾਡੇ ਤੋਂ ਸਿਆਣਾ ਹੋਵੇ ਜਾਂ ਸਾਡੇ ਤੋਂ ਏਜ ਦੇ ਵਿੱਚ ਵੱਡਾ ਹੋਵੇ। ਉਹਨੂੰ ਸਮਝ ਕੇ ਅਸੀਂ ਇਹ ਸਮਝ ਸਕਦੇ ਹਾਂ ਕਿ ਪਿਛਲੇ ਸਾਲ ਦੇ ਦੌਰਾਨ ਕੀ ਵਾਪਰਿਆ। ਅਸੀਂ ਉਸ ਤੋਂ ਇਹ ਚੀਜ਼ ਜਾਣ ਸਕਦੇ ਹੈਗੇ ਹਾਂ। ਠੀਕ ਹੈ। ਇੱਕ ਮੇਨ ਪੁਆਇੰਟ ਆਉਂਦਾ ਹੈ ਜਿਸ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਕੱਲ੍ਹ ਬਾਰੇ ਸਾਨੂੰ ਪਤਾ ਲੱਗ ਗਿਆ ਕਿ TV, ਰੇਡੀਓ ਔਰ ਨਿਊਜ਼ਪੇਪਰ ਦੇ ਥਰੂ ਅਸੀਂ ਸਮਝ ਲਵਾਂਗੇ ਕਿ ਕੱਲ੍ਹ ਦੇ ਦਿਨ ਕੀ ਵਾਪਰਿਆ। ਔਰ ਇਸ ਤੋਂ ਬਾਅਦ ਅਸੀਂ ਇੱਕ ਸਾਲ ਦੇ ਵਿੱਚ ਕੀ ਵਾਪਰਿਆ ਲਾਸਟ ਵੱਲ ਦੇ ਵਿੱਚ, ਉਹਦੇ ਬਾਰੇ ਵੀ ਅਸੀਂ ਪੁਰਾਣੇ ਬਜ਼ੁਰਗ ਤੋਂ ਜਿਹੜਾ ਕਹਿ ਸਕਦੇ ਹਾਂ ਪੁੱਛ ਸਕਦੇ ਹਾਂ। ਬਟ ਅਗਰ ਅਸੀਂ ਜਾਣਨਾ ਹੋਵੇ ਕਿ ਅੱਜ ਤੋਂ 2000 ਸਾਲ ਪਹਿਲਾਂ, 100 ਸਾਲ ਪਹਿਲਾਂ ਕੀ ਹੋਇਆ, ਤਾਂ ਉਸ ਨੂੰ ਜਾਣਨ ਦੇ ਲਈ ਅਸੀਂ ਕੀ ਕਰਾਂਗੇ, ਕਿਸ ਤਰੀਕੇ ਦੇ ਨਾਲ ਅਸੀਂ ਉਹਨੂੰ ਸਮਝ ਪਾਵਾਂਗੇ, ਹੈ ਨਾ। ਸੋ ਇਹ ਸਾਰਾ ਜਿਹੜਾ ਹੈ ਲੰਬੇ ਸਮੇਂ ਦੇ ਵਿੱਚ ਆਵੇਗਾ। ਸੋ ਜਦੋਂ ਇਸ ਚੀਜ਼ ਨੂੰ ਅਸੀਂ ਸਮਝਦੇ ਹਾਂ, ਐਨਾਲਾਈਟਿਕ ਕਰਦੇ ਹਾਂ, ਤਾਂ ਉਸਨੂੰ ਅਸੀਂ ਇਤਿਹਾਸ ਦੀ ਜਿਹੜੀ ਸਟੱਡੀ ਕਹਿੰਦੇ ਹਾਂ, ਹਿਸਟਰੀ ਜਿਹੜਾ ਕਹਿੰਦੇ ਹਾਂ ਨਾ, ਉਸ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਅੱਜ ਤੋਂ 2000 ਸਾਲ ਪਹਿਲਾਂ ਜਾਂ 100 ਸਾਲ ਪਹਿਲਾਂ ਕੀ ਵਾਪਰਿਆ ਸੀ। ਠੀਕ ਹੈ। ਉਸ ਨੂੰ ਸਮਝਣ ਦੇ ਲਈ ਅਸੀਂ ਕੀ ਕੁਝ ਅਪਣਾਉਂਦੇ ਹਾਂ, ਕਿਵੇਂ ਸਾਨੂੰ ਉਹਨਾਂ ਚੀਜ਼ਾਂ ਦਾ ਪਤਾ ਲੱਗਦਾ ਹੈ, ਕਿਹੜੀਆਂ ਡੇਟਸ ਆ ਉਹ ਕਿਵੇਂ ਨਿਸ਼ਚਿਤ ਕੀਤੀਆਂ ਜਾਂਦੀਆਂ ਨੇ, ਉਹ ਸਾਰਾ ਇਸ ਚੈਪਟਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਤਾਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਅਗਰ ਜਾਣਨਾ ਵੀ ਹੋਵੇ ਕਿ ਕੱਲ੍ਹ ਜਾਣੀ ਕਿ ਅੱਜ ਤੋਂ 100 ਸਾਲ, 200 ਸਾਲ, 1000 ਸਾਲ ਪਹਿਲਾਂ ਕੀ ਹੋਇਆ, ਤਾਂ ਉਸ ਬਾਰੇ ਅਸੀਂ ਜਾਣ ਕੀ ਸਕਦੇ ਹਾਂ ਕਿ ਕੀ ਕੁਝ ਹੋਇਆ ਹੋਊਗਾ ਇਸ ਸਮੇਂ ਦੌਰਾਨ ਜਾਂ ਇੰਨਾ ਸਮਾਂ ਪਹਿਲਾਂ। ਠੀਕ ਹੈ। ਇਹੀ ਟੌਪਿਕ ਸਾਡਾ ਨੈਕਸਟ ਹੈ ਕਿ ਵਟ ਕੈਨ ਵੀ ਨੋ ਅਬਾਊਟ ਦਾ ਪਾਸਟ। ਸੋ ਅਤੀਤ ਦੇ ਬਾਰੇ ਅਸੀਂ ਕੀ ਕੁਝ ਜਾਣ ਸਕਦੇ ਹਾਂ ਅਗਰ ਅਸੀਂ ਹਿਸਟੋਰੀਅਨ ਹਾਂ ਜਾਂ ਆਰਕੋਲੋਜੀ ਹੈ, ਉਸ ਦੇ ਥਰੂ ਅਸੀਂ ਕੀ ਕੁਝ ਸਮਝਦੇ ਹਾਂ। ਫਸਟ ਹੈ ਕਿ ਅਸੀਂ ਉਹਨਾਂ ਦੇ ਲੋਕਾਂ ਦੇ ਦੁਆਰਾ ਜੋ ਕੁਝ ਖਾਧਾ ਜਾਂਦਾ ਸੀ, ਖਾਣ ਪੀਣ ਸੀ ਜਿਹੜਾ ਉਹਨਾਂ ਦਾ ਸੀ, ਉਹ ਸਮਝ ਸਕਦੇ ਹਾਂ ਕਿ ਉਹ ਕੀ ਚੀਜ਼ ਖਾਂਦੇ ਹੋਣਗੇ ਉਸ ਸਮੇਂ ਦੇ ਵਿੱਚ ਅੱਜ ਤੋਂ 200 ਸਾਲ ਪਹਿਲਾਂ। ਦੂਸਰਾ ਅਸੀਂ ਇਹ ਜਾਣ ਸਕਦੇ ਹਾਂ ਕਿ ਉਹ ਕਿਸ ਤਰ੍ਹਾਂ ਦੇ ਜਿਹੜੇ ਕੱਪੜੇ ਆ ਪਹਿਨਦੇ ਸੀਗੇ, ਜਿਨ੍ਹਾਂ ਤੋਂ ਸਾਨੂੰ ਉਹਨਾਂ ਦੇ ਰਹਿਣ ਸਹਿਣ ਦਾ ਜਿਹੜਾ ਪਤਾ ਲੱਗ ਸਕਦਾ ਹੈ। ਤੀਸਰਾ ਇਹ ਹੋਊਗਾ ਕਿ ਉਹ ਕਿਹੋ ਜਿਹੇ ਘਰਾਂ ਦੇ ਵਿੱਚ ਰਹਿੰਦੇ ਸੀ, ਜਿਨ੍ਹਾਂ ਤੋਂ ਅਸੀਂ ਇਹ ਜਾਣ ਸਕਾਂਗੇ ਕਿ ਉਹਨਾਂ ਦੇ ਘਰ ਕੱਚੇ ਸੀ, ਪੱਕੇ ਸੀ ਜਾਂ ਫਿਰ ਫੈਮਿਲੀ ਵਾਲੇ ਜੁਆਇੰਟ ਦੇ ਵਿੱਚ ਸੀ ਜਾਂ ਸਿੰਗਲ ਜਿਹੜੇ ਉਹ ਰਹਿੰਦੇ ਸੀਗੇ। ਠੀਕ ਹੈ। ਚੌਥਾ ਹੈ ਕਿ ਅਸੀਂ ਉਸ ਸਮੇਂ ਦੇ ਸ਼ਿਕਾਰੀ ਹੋ ਗਏ, ਚਾਰਵਾਹੇ ਹੋ ਗਏ, ਕਿਸਾਨ ਹੋ ਗਏ, ਹਾਕਮ, ਵਪਾਰੀ, ਪੁਜਾਰੀ, ਸ਼ਿਲਪਕਾਰੀ ਵਿਅਕਤੀ, ਕਲਾਕਾਰ, ਸੰਗੀਤ ਵਿਗਿਆਨੀ, ਇਹਨਾਂ ਨੂੰ ਵੀ ਜਾਣ ਸਕਦੇ ਹਾਂ ਕਿ ਉਸ ਸਮੇਂ ਦੇ ਦੌਰਾਨ ਇਹਨਾਂ ਦੇ ਵਿੱਚੋਂ ਕਿਹੜਾ ਵਿਅਕਤੀ ਉਸ ਸਮੇਂ ਅਵੇਲੇਬਲ ਸੀਗਾ। ਵਪਾਰੀ ਸੀ, ਸ਼ਿਕਾਰੀ ਸੀ ਜਾਂ ਕਲਾਕਾਰ ਸੀ ਜਾਂ ਸੰਗੀਤਕਾਰ ਸੀ, ਇਹ ਅਸੀਂ ਜਾਣ ਸਕਾਂਗੇ।
ਇਸ ਤੋਂ ਇਲਾਵਾ ਅਸੀਂ ਜੋ ਉਹਨਾਂ ਦੇ ਬੱਚਿਆਂ ਦੇ ਦੁਆਰਾ ਕੁਝ ਵੀ ਖੇਡੀਆਂ ਜਾਣੀਆਂ ਵਾਲੀਆਂ ਗੇਮਾਂ ਸੀ, ਉਹਨਾਂ ਬਾਰੇ ਅਸੀਂ ਜਾਣ ਸਕਾਂਗੇ ਕਿ ਪੁਰਾਤਨ ਸਮੇਂ ਦੇ ਵਿੱਚ ਬੱਚੇ ਕਿਹੋ ਜਿਹੀਆਂ ਖੇਡਾਂ ਖੇਡਦੇ ਸੀ, ਕਿਹੋ ਜਿਹੀਆਂ ਕਹਾਣੀਆਂ ਸੁਣਦੇ ਸੀ, ਕਿਹੋ ਜਿਹੇ ਨਾਟਕ ਖੇਡੇ ਜਾਂਦੇ ਸੀ, ਕਿਹੋ ਜਿਹੇ ਜਿਹੜੇ ਗਾਣੇ ਜਿਹੜੇ ਉਹ ਗਾਏ ਜਾਂਦੇ ਸੀ, ਕਿਸ ਭਾਸ਼ਾ ਦੇ ਵਿੱਚ ਗਾਏ ਜਾਂਦੇ ਸੀ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਅਸੀਂ ਜਿਹੜਾ ਅਧਿਐਨ ਕਰ ਸਕਦੇ ਹੈਗੇ ਐਗੇ, ਜਦੋਂ ਅਸੀਂ ਕਿਸੇ ਅਤੀਤ ਦੇ ਬਾਰੇ ਜਾਣਨਾ ਹੁੰਦਾ ਹੈਗਾ ਗਾ, ਠੀਕ ਹੈ? ਤਾਂ ਅਸੀਂ ਇਹ ਕੁਝ ਜਿਹੜਾ ਉਹ ਜਾਣ ਸਕਦੇ ਹਾਂ, ਅਗਰ ਅਸੀਂ ਅੱਜ ਤੋਂ 2000 100 ਸਾਲ, ਠੀਕ ਹੈ, ਜਿੰਨਾ ਵੀ ਪੁਰਾਣਾ ਅਸੀਂ ਗੱਲ ਕਰੀਏ ਜਾਣਨਾ ਹੋਵੇ, ਤਾਂ ਇਹਨਾਂ ਚੀਜ਼ਾਂ ਬਾਰੇ ਅਸੀਂ ਜਾਣ ਸਕਾਂਗੇ, ਜੇਕਰ ਅਸੀਂ ਅਤੀਤ ਦੇ ਬਾਰੇ ਕੁਝ ਵੀ ਜਾਣਨ ਦੀ ਇੱਛਾ ਰੱਖਦੇ ਹੈਗੇ ਹਾਂ। ਸੋ ਅਸੀਂ ਗੱਲ ਕਰਦੇ ਹਾਂ ਇਸ ਤੋਂ ਬਾਅਦ ਕਿ ਲੋਕ ਆ ਜਿਹੜੇ ਉਹ ਕਿੱਥੇ ਰਹਿੰਦੇ ਸੀ ਸ਼ੁਰੂਆਤ ਦੇ ਵਿੱਚ, ਹੈ ਨਾ? ਕਿਵੇਂ-ਕਿਵੇਂ ਜਿਹੜਾ ਉਹਨਾਂ ਨੇ ਡਿਵੈਲਪਮੈਂਟ ਕੀਤੀ ਹੈ। ਸੋ ਮੇਨਲੀ ਇਹਦੇ ਵਿੱਚ ਫੋਕਸ ਕੀਤਾ ਹੋਇਆ ਹੈ ਇੰਡੀਆ ਦੇ ਵਿੱਚ, ਕਿ ਇੰਡੀਆ ਦੇ ਵਿੱਚ ਲੋਕ ਜਿਹੜੇ ਆ ਉਹ ਕਿਸ ਤਰੀਕੇ ਦੇ ਨਾਲ ਰਹਿਣਾ ਜਿਹੜਾ ਸ਼ੁਰੂ ਕੀਤਾ ਸੀ, ਠੀਕ ਹੈ, ਇਸ ਚੈਪਟਰ ਦੇ ਵਿੱਚ। ਸੋ ਸ਼ੁਰੂਆਤ ਦੇ ਵਿੱਚ ਹੈ ਕਿ ਨਰਮਦਾ ਨਦੀ ਦੇ ਉੱਪਰ ਜਿਹੜੇ ਲੋਕ ਆ ਉਹ ਇੰਡੀਆ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਸੋ ਮੈਪ ਦੇ ਵਿੱਚ ਤੁਸੀਂ ਸੈਂਟਰ ਪੁਆਇੰਟ ਦੇ ਵਿੱਚ ਯੈਲੋ ਕਲਰ ਦਾ ਜਿਹੜਾ ਪੁਆਇੰਟ ਦੇਖ ਰਹੇ ਆ। ਸੋ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਲੋਕ ਆ ਉਹ ਇਸ ਸਥਾਨ ਦੇ ਵਿੱਚ ਰਹਿੰਦੇ ਸੀ। ਸੋ ਨਰਮਦਾ ਨਦੀ ਦੇ ਕਿਨਾਰੇ ਜਿਹੜਾ ਆ ਜਾਂਦਾ ਸੀਗਾ, ਠੀਕ ਹੈ। ਸੋ ਇਸ ਕਿਨਾਰੇ ਦੇ ਉੱਪਰ ਜਿਹੜੇ ਲੋਕ ਰਹਿੰਦੇ ਸੀਗੇ। ਸੋ ਇਹ ਤੋਂ ਹਜ਼ਾਰਾਂ ਸਾਲ ਪਹਿਲਾਂ ਜਿਹੜੇ ਲੋਕ ਸੀਗੇ ਉਹ ਇਹ ਰਿਵਰ ਦੇ ਕਿਨਾਰੇ ਹੀ ਰਹਿੰਦੇ ਸੀ। ਸੋ ਰਿਵਰ ਦੇ ਕਿਨਾਰੇ ਇਸ ਕਰਕੇ ਰਹਿੰਦੇ ਸੀ ਕਿਉਂਕਿ ਮਨੁੱਖ ਦੀ ਜਿਹੜੀ ਸਭ ਤੋਂ ਇੰਪੋਰਟੈਂਸ ਜਿਹੜੀ ਹੈ, ਲੋੜ ਹੈ ਜਿਹੜੀ ਸਭ ਤੋਂ ਵੱਡੀ, ਉਹ ਪਾਣੀ ਹੈ। ਸੋ ਪਾਣੀ ਦੇ ਨਾਲ ਉਸਦੇ ਬਹੁਤ ਸਾਰੇ ਜਿਹੜੇ ਕੰਮ ਉਹ ਹੋ ਜਾਂਦੇ ਆ। ਸੋ ਇਸੇ ਕਰਕੇ ਉਹਨਾਂ ਨੇ ਪਾਣੀ ਦੇ ਕਿਨਾਰੇ, ਨਦੀ ਦੇ ਕਿਨਾਰੇ ਜਿਹੜਾ ਰਹਿਣਾ ਸ਼ੁਰੂ ਕਰ ਦਿੱਤਾ ਸੀ। ਇੱਥੇ ਹੀ ਇਹਨਾਂ ਦੀਆਂ ਸੱਭਿਅਤਾਵਾਂ ਜਿਹੜੀਆਂ ਉਹ ਵਿਕਸਿਤ ਹੋਣੀਆਂ ਸ਼ੁਰੂ ਹੋਈਆਂ ਸੀਗੀਆਂ, ਠੀਕ ਹੈ। ਇੱਥੋਂ ਦੇ ਜਿਹੜੇ ਲੋਕ ਹੁੰਦੇ ਸੀ ਉਸ ਸਮੇਂ, ਜਿਵੇਂ ਅੱਜ ਸਾਡੇ ਕੋਲੇ ਪੀਜ਼ਾ ਹਟ ਖੁੱਲਿਆ ਹੋਇਆ, ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ੋਪਸ ਨਹੀਂ ਹੁੰਦੀਆਂ ਸੀ। ਸੋ ਲੋਕ ਸੀਗੇ ਜਿਹੜੇ ਉਹ ਭੋਜਨ ਦੇ ਲਈ ਜਿਹੜੇ ਦਰਖਤਾਂ ਦੀਆਂ ਜੜ੍ਹਾਂ ਹੋ ਗਈਆਂ, ਫਲ ਹੋ ਗਏ, ਜੰਗਲ ਹੋ ਗਏ, ਹੈ ਨਾ? ਸੋ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਆਪਣੇ ਭੋਜਨ ਦੇ ਵਿੱਚ ਉਸਨੂੰ ਯੂਜ਼ ਕਰਦੇ ਸੀ ਅਤੇ ਆਪਣਾ ਜੀਵਨ ਹੈ ਜਿਹੜਾ ਉਹ ਨਿਰਵਾਹ ਕਰਦੇ ਸੀਗੇ, ਠੀਕ ਆ। ਅੱਜ ਦੀ ਤਰ੍ਹਾਂ ਅਲੱਗ-ਅਲੱਗ ਜਿਹੜੀਆਂ ਸ਼ੋਪਸ ਉਹ ਨਹੀਂ ਹੁੰਦੀਆਂ ਸੀ। ਸੋ ਜ਼ਿਆਦਾਤਰ ਜਿਹੜੇ ਲੋਕ ਹੁੰਦੇ ਸੀ ਉਹ ਸ਼ਿਕਾਰ ਹੀ ਕਰਦੇ ਹੁੰਦੇ ਸੀ। ਸ਼ਿਕਾਰ ਕਰਕੇ ਜਾਨਵਰਾਂ ਨੂੰ ਮਾਰ ਕੇ, ਉਹਨਾਂ ਨੂੰ ਭੁੰਨ ਕੇ ਜਾਂ ਪਕਾ ਕੇ ਉਹ ਖਾਂਦੇ ਹੁੰਦੇ ਸੀਗੇ, ਤਾਂ ਕਿ ਆਪਣਾ ਪੇਟ ਉਹ ਪਾਲ ਸਕਣ ਅਤੇ ਜਿਉਂਦੇ ਜਿਹੜੇ ਉਹ ਜੀਵਤ ਜਿਹੜੇ ਉਹ ਰਹਿ ਸਕਣ। ਸੋ ਦੂਸਰਾ ਆ ਜਾਂਦਾ ਹੈ, ਸੋ ਇਹ ਪਹਿਲਾ ਪੁਆਇੰਟ ਸੀ ਨਰਮਦਾ, ਜਿੱਥੇ ਪਹਿਲੀ ਵਾਰ ਕਹਿੰਦੇ ਹੈਗੇ ਕਿ ਭਾਰਤ ਦੇ ਵਿੱਚ ਲੋਕ ਰਹਿਣਾ ਸ਼ੁਰੂ ਹੋਏ ਸੀ ਨਰਮਦਾ ਕੰਢੇ। ਇਸ ਤੋਂ ਬਾਅਦ ਆ ਜਾਂਦਾ ਹੈ ਉੱਤਰ ਪੱਛਮ ਦੇ ਵਿੱਚ ਸੁਲੇਮਾਨ ਤੇ ਕੀਰਥਾਰ ਦੀਆਂ ਜਿਹੜੀਆਂ ਪਹਾੜੀਆਂ ਨੇ, ਉੱਥੋਂ ਦੇ ਜਿਹੜੇ ਲੋਕ ਸੀਗੇ। ਸੋ ਇਹ ਲੋਕ ਸੀਗੇ ਜਿਹੜੇ ਕਹਿ ਸਕਦੇ ਹਾਂ 8000 ਸਾਲ ਪਹਿਲਾਂ ਦੀ ਗੱਲ ਹੈ ਇੱਥੇ, ਠੀਕ ਹੈ। ਸੋ 8000 ਸਾਲ ਪਹਿਲਾਂ ਇੱਥੇ ਸਭ ਤੋਂ ਪਹਿਲਾਂ ਕਣਕ ਤੇ ਜੌਂ ਜਿਹੜੀਆਂ ਫਸਲਾਂ ਸੀ ਉਹ ਉਗਾਉਣੀਆਂ ਸ਼ੁਰੂ ਹੋਈਆਂ ਸੀਗੀਆਂ, ਠੀਕ ਹੈ। ਸੋ ਯੈਲੋ ਕਲਰ ਦੇ ਵਿੱਚ ਦੇਖ ਰਹੇ ਹਾਂ ਕਿਰਥਾਰ ਪਹਾੜੀਆਂ ਤੇ ਸੁਲੇਮਾਨ ਪਰਬਤ ਹੈਗਾ, ਠੀਕ ਹੈ, ਜੋ ਕਿ ਉੱਤਰ ਪੱਛਮ ਦੇ ਵਿੱਚ ਆ ਜਾਂਦਾ ਹੈ। ਸੋ ਇਸ ਸਥਾਨ ਦੇ ਵਿੱਚ ਸਭ ਤੋਂ ਪਹਿਲਾਂ ਕਣਕ ਤੇ ਜੌਂ ਜਿਹੜੀ ਆ ਉਹ ਉਗਾਈ ਗਈ ਸੀ, ਅੱਜ ਤੋਂ 8000 ਸਾਲ ਪਹਿਲਾਂ ਦੀ ਗੱਲ ਹੈ, ਠੀਕ ਹੈ। ਸੋ ਇੱਥੇ ਲੋਕ ਜਿਹੜੇ ਸੀਗੇ, ਲੋਕ ਭੇਡਾਂ, ਬੱਕਰੀਆਂ ਤੇ ਪਸ਼ੂ ਆ ਜਿਹੜੇ, ਗਾਵਾਂ ਹੋ ਗਈਆਂ, ਠੀਕ ਹੈ, ਇਸ ਤਰ੍ਹਾਂ ਦੇ ਪਸ਼ੂ ਜਿਹੜੇ ਉਹ ਪਾਲਦੇ ਸੀ, ਬਲਦ ਜਿਹੜੇ ਉਹ ਪਾਲਦੇ ਸੀਗੇ, ਤਾਂ ਕਿ ਇਹਨਾਂ ਤੋਂ ਉਹ ਇਹਨਾਂ ਦੀਆਂ ਜਿਹੜੀਆਂ ਲੋੜੀ ਦੀਆਂ ਚੀਜ਼ਾਂ ਨੇ ਉਹ ਅਚੀਵ ਕਰ ਸਕਣ। ਸੋ ਲੋਕ ਇਸ ਏਰੀਏ ਦੇ ਵਿੱਚ ਜਿਹੜੇ ਹੁੰਦੇ ਸੀ ਉਹ ਤਕਰੀਬਨ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਹੀ ਰਹਿੰਦੇ ਸੀ, ਸ਼ਹਿਰ ਜਿਹੜਾ ਉਸ ਸਮੇਂ ਨਹੀਂ ਹੁੰਦੇ ਸੀਗੇ, ਠੀਕ ਹੈ। ਇਸ ਤੋਂ ਅਗਲੇ ਹੈ ਤੀਸਰਾ ਕਿ ਪੂਰਬ ਦੇ ਉੱਤਰ ਪੂਰਬ ਵੱਲ ਗਾਰੋ ਪਹਾੜੀਆਂ ਅਤੇ ਮੱਧ ਭਾਰਤ ਵਿੱਚ ਵਿਦਿਆ ਪਹਾੜੀਆਂ ਜਿਹੜੀਆਂ ਹੈ, ਸੋ ਉੱਥੋਂ ਦੇ ਜਿਹੜੇ ਇਲਾਕੇ ਦੇ ਵਿੱਚ ਲੋਕ ਰਹਿੰਦੇ ਸੀਗੇ। ਸੋ ਇਹ ਲੋਕ ਸੀਗੇ ਜਿਹੜੇ ਕੁਝ ਹੋਰ ਇਸ ਤਰ੍ਹਾਂ ਦੇ ਖੇਤਰ ਸੀ ਜਿੱਥੇ ਕਹਿ ਸਕਦੇ ਹਾਂ ਖੇਤੀਬਾੜੀ ਵਿਕਸਿਤ ਹੋਈ ਹੈਗੀ ਆ, ਠੀਕ ਹੈ। ਕਿਤੇ ਕਣਕ ਜਿਹੜੀ ਉਗਾਈ ਗਈ ਹੈ, ਕਿਤੇ ਲੋਕਾਂ ਨੇ ਸ਼ਹਿਰਾਂ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਹੈ। ਤਾਂ ਇਸ ਰੀਜਨ ਦੇ ਵਿੱਚ ਸਭ ਤੋਂ ਪਹਿਲਾਂ ਕਹਿ ਸਕਦੇ ਹਾਂ ਖੇਤੀਬਾੜੀ ਹੈ ਜਿਹੜੀ ਉਹ ਉੱਨਤ ਹੋਈ ਹੈ, ਵਿਕਸਿਤ ਹੋਈ ਹੈਗੀ ਹੈ, ਡਿਵੈਲਪਮੈਂਟ ਹੋਈ ਹੈ ਐਗਰੀਕਲਚਰ ਦੀ। ਸੋ ਇਹ ਤੁਸੀਂ ਦੇਖ ਸਕਦੇ ਹੋ ਵਿਦਿਆ ਜੋ ਸੈਂਟਰ ਪੁਆਇੰਟ ਹੈ, ਸੋ ਨਰਮਦਾ ਦੀ ਉੱਪਰਲੀ ਸਾਈਡ, ਉੱਥੋਂ ਤੁਸੀਂ ਦੇਖ ਸਕਦੇ ਹੋ ਉੱਪਰ ਗ੍ਰੇਟ ਹਿਲਸ ਜਿਹੜਾ ਆ ਜਾਂਦਾ ਹੈਗਾ ਗਾ ਗਾਰੋ ਦੇ, ਤਾਂ ਉੱਥੋਂ ਤੀਕੇ ਫੈਲਿਆ ਹੋਇਆ ਏਰੀਆ ਹੈ। ਸੋ ਇਹਨਾਂ ਰੀਜਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਉਹ ਐਗਰੀਕਲਚਰ ਡਿਵੈਲਪਮੈਂਟ ਹੋਣੀ ਸ਼ੁਰੂ ਹੋਈ ਹੈਗੀ। ਸੋ ਇੱਥੇ ਹੀ ਸਭ ਤੋਂ ਵਿਕਸਿਤ ਹੈ, ਠੀਕ ਹੈ। ਸੋ ਇੱਥੇ ਕਹਿ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਜਿਹੜਾ ਚੌਲ ਉਗਾਏ ਗਏ ਸੀਗੇ, ਜੋ ਕਿ ਵਿਦਿਆ ਦੇ ਉੱਤਰ ਦੇ ਵਿੱਚ ਆ ਜਾਂਦਾ ਹੈਗਾ ਗਾ। ਵਿਦਿਆ ਪਰਬਤ ਜਿਹੜਾ ਆ ਗਿਆ ਉਹਦੇ ਉੱਤਰ ਦੇ ਵਿੱਚ ਸਥਿਤ ਹੈ, ਜਿੱਥੇ ਸਭ ਤੋਂ ਪਹਿਲਾਂ ਰਾਈਸ ਜਿਹੜੇ ਆ ਉਹ ਉਗਾਏ ਗਏ ਸੀ, ਤਾਂ ਕਿ ਲੋਕਾਂ ਦਾ ਜਿਹੜਾ ਜੀਵਨ ਨਿਰਵਾਹ ਹੋ ਸਕੇ, ਭੋਜਨ ਦੇ ਲਈ ਉਹਨਾਂ ਨੂੰ ਕਮੀ ਮਹਿਸੂਸ ਨਾ ਹੋਵੇ। ਇਸ ਤੋਂ ਅਗਲਾ ਚੌਥਾ ਇਲਾਕਾ ਆ ਜਾਂਦਾ ਹੈ ਸਿੰਧ ਨਦੀ ਤੇ ਇਸ ਦੀਆਂ ਸਹਾਇਕ ਨਦੀਆਂ, ਸੋ ਇੰਡਸ ਰਿਵਰ ਵੀ ਕਹਿੰਦੇ ਆ। ਸੋ ਪਹਿਲਾਂ ਗੱਲ ਕਰਦੇ ਹਾਂ ਕਿ ਸਹਾਇਕ ਨਦੀਆਂ ਕੀ ਹੁੰਦੀਆਂ। ਇੱਕ ਵੱਡੀ ਰਿਵਰ ਹੈ, ਠੀਕ ਹੈ, ਇਸ ਤੋਂ ਇਲਾਵਾ ਉਸਦੀਆਂ ਸਹਾਇਕ ਨਦੀਆਂ ਵੀ ਹੁੰਦੀਆਂ ਹੈਗੀਆਂ ਨੇ। ਸਹਾਇਕ ਨਦੀਆਂ ਉਹ ਛੋਟੀਆਂ ਨਦੀਆਂ ਹੁੰਦੀਆਂ ਨੇ ਜਿਹੜੀ ਕਿ ਇੱਕ ਵੱਡੀ ਨਦੀ ਦੇ ਵਿੱਚ ਜਾ ਕੇ ਗਿਰਦੀਆਂ ਹੈਗੀਆਂ ਨੇ, ਉਸ ਚੀਜ਼ ਨੂੰ ਟ੍ਰਿਬਿਊਟਰੀ ਜਾਂ ਸਹਾਇਕ ਨਦੀਆਂ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਹੈਗਾ, ਠੀਕ ਹੈ। ਵੱਡੀਆਂ ਨਦੀਆਂ ਨੇ, ਉਸ ਦੀਆਂ ਛੋਟੀਆਂ ਸਹਾਇਕ ਨਦੀਆਂ ਹੁੰਦੀਆਂ ਨੇ, ਉਹ ਇੱਕ ਵੱਡੀ ਨਦੀ ਦੇ ਵਿੱਚ ਜਦੋਂ ਜਾ ਕੇ ਗਿਰਦੀਆਂ ਤਾਂ ਉਸਨੂੰ ਅਸੀਂ ਸਹਾਇਕ ਨਦੀ ਦੇ ਨਾਮ ਨਾਲ ਜਾਣਦੇ ਹੈਗੇ ਹਾਂ। ਸੋ ਇੰਡਸ ਰਿਵਰ ਦਾ ਜਿਹੜਾ ਏਰੀਆ ਆਉਂਦਾ ਹੈ, ਸੋ ਤੁਸੀਂ ਦੇਖ ਰਹੇ ਹੋ ਯੈਲੋ ਕਲਰ ਦੇ ਵਿੱਚ ਹੈ, ਠੀਕ ਹੈ, ਪੰਜਾਬ, ਹਰਿਆਣਾ, ਠੀਕ ਹੈ, ਔਰ ਪਾਕਿਸਤਾਨ ਦੇ ਵਿੱਚ ਇਹ ਏਰੀਆ ਮਿਲਦਾ ਹੈ। ਸੋ ਇਸ ਰੀਜਨ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀਗੇ। ਸੋ ਲਗਭਗ 4700 ਸਾਲ ਪਹਿਲਾਂ ਇੱਥੇ ਕਹਿ ਸਕਦੇ ਹੈਗੇ ਆ ਕਿ ਕੁਝ ਪ੍ਰਾਚੀਨ ਜਿਹੜੇ ਸ਼ਹਿਰ ਹੈਗੇ ਉਹ ਇਹਨਾਂ ਨਦੀਆਂ ਕਿਨਾਰੇ, ਯਾਨੀ ਕਿ ਇੰਡਸ ਰਿਵਰ ਦੇ ਕਿਨਾਰੇ ਵਿਕਸਿਤ ਹੋਏ ਸੀ, ਕਿਉਂਕਿ ਤੁਹਾਨੂੰ ਪਤਾ ਹੈ ਕਿ
ਪਾਣੀ ਹੀ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ, ਇਸੇ ਦੇ ਕਾਰਨ ਹੀ ਜਿਹੜਾ ਮਨੁੱਖ ਆ ਉਹ ਪ੍ਰਫੁੱਲਤ ਹੋਇਆ ਤੇ ਚਾਹੁੰਦਾ ਰਹਿ ਸਕਦਾ ਹੈ। ਸੋ ਬਾਅਦ ਦੇ ਵਿੱਚ ਇਸ ਤੋਂ ਬਾਅਦ ਕਹਿ ਸਕਦੇ ਹਾਂ ਕਿ 2500 ਸਾਲ ਪਹਿਲਾਂ ਗੰਗਾ ਤੇ ਇਸ ਦੀਆਂ ਸਹਾਇਕ ਨਦੀਆਂ ਦੇ ਕਿਨਾਰੇ ਤੇ ਸਮੁੰਦਰੀ ਕਿਨਾਰਿਆਂ ਦੇ ਉੱਪਰ ਵੀ ਕੁਝ ਸ਼ਹਿਰ ਜਿਹੜੇ ਆ ਉਹ ਵਿਕਸਿਤ ਹੋਏ ਸੀਗੇ। ਪਹਿਲਾਂ ਇੰਡਸ ਦੇ ਸੀ, ਇਸ ਤੋਂ ਬਾਅਦ ਕੁਝ ਗੰਗਾ ਦੀਆਂ ਜਿਹੜੀਆਂ ਗੰਗਾ ਨਦੀ ਸੀ ਜਿਹੜੀ ਉਸਦੀਆਂ ਵੀ ਸਹਾਇਕ ਨਦੀਆਂ ਸੀਗੀਆਂ ਜਿਹੜੀਆਂ, ਉਸਦੇ ਕਿਨਾਰੇ ਦੇ ਉੱਪਰ ਵੀ ਸ਼ਹਿਰ ਜਿਹੜੇ ਉਹ ਵਿਕਸਿਤ ਹੋਣੇ। ਤਾਂ ਅੱਜ ਵੀ ਅਸੀਂ ਦੇਖਦੇ ਹਾਂ ਜਿੰਨੇ ਸ਼ਹਿਰ ਸਾਨੂੰ ਤਕਰੀਬਨ ਮਿਲਦੇ ਨੇ, ਵੱਡੇ ਸ਼ਹਿਰ, ਵਿਕਸਿਤ ਸ਼ਹਿਰ, ਉਹ ਨਦੀਆਂ ਕਿਨਾਰੇ ਹੀ ਵਸੇ ਹੋਏ ਨੇ, ਕਿਉਂਕਿ ਉੱਥੇ ਹੀ ਪਾਪੂਲੇਸ਼ਨ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਨੀਡਸ ਨੇ ਉਹ ਪਾਣੀ ਤੋਂ ਹੀ ਪੂਰੀਆਂ ਹੁੰਦੀਆਂ ਹੈਗੀਆਂ ਨੇ। ਸੋ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਸਾਡਾ ਭਾਰਤ ਹੈ, ਸੋ ਉਹ ਕਿਸ ਏਰੀਏ ਦੇ ਵਿੱਚ ਸਥਿਤ ਹੈ। ਸਾਡਾ ਭਾਰਤ ਹੈ ਜਿਹੜਾ ਉਹ ਦੱਖਣੀ ਏਸ਼ੀਆ ਦੇ ਵਿੱਚ ਆ ਜਾਂਦਾ ਹੈਗਾ ਗਾ, ਠੀਕ ਹੈ। ਤੁਸੀਂ ਦੇਖ ਸਕਦੇ ਹੋ ਮੈਪ ਦੇ ਵਿੱਚ, ਇੱਕ ਏਸ਼ੀਆ ਕਾਫੀ ਵੱਡਾ ਕੰਟੀਨੈਂਟ ਹੈ, ਸੋ ਵਿਸ਼ਵ ਦਾ ਸਭ ਤੋਂ ਵੱਡਾ ਕੰਟੀਨੈਂਟ ਦੇ ਵਿੱਚ ਇਹ ਆਉਂਦਾ ਹੈ, ਠੀਕ ਹੈ। ਤਾਂ ਇਸ ਏਸ਼ੀਆ ਦੇ ਵਿੱਚ ਸਾਡਾ ਭਾਰਤ ਵੀ ਆਉਂਦਾ ਹੈ, ਠੀਕ ਹੈ। ਅਗਰ ਏਸ਼ੀਆ ਦੇ ਪ੍ਰਮੁੱਖ ਜਿਹੜੀਆਂ ਕੰਟਰੀਆਂ ਉਹਨਾਂ ਦੀ ਗੱਲ ਕਰੀਏ, ਠੀਕ ਹੈ, ਤਾਂ ਬਹੁਤ ਸਾਰੀਆਂ ਨੇ, ਬਟ ਅਸੀਂ ਗੱਲ ਕਰਾਂਗੇ ਦੱਖਣੀ ਏਸ਼ੀਆ ਦੀ। ਤਾਂ ਦੱਖਣੀ ਏਸ਼ੀਆ ਦੇ ਵਿੱਚ ਭਾਰਤ ਆ ਜਾਂਦਾ ਹੈ, ਜੋ ਕਿ ਸਭ ਤੋਂ ਵੱਡਾ ਇਹਨਾਂ ਸਾਊਥ ਪਾਰਟ ਦੇ ਵਿੱਚ। ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਭੂਟਾਨ, ਸ਼੍ਰੀਲੰਕਾ, ਸੋ ਇਹ ਮੌਜੂਦ ਨੇ ਇਸ ਦੇ ਵਿੱਚ, ਜੋ ਕਿ ਦੱਖਣੀ ਏਸ਼ੀਆ ਦੇ ਵਿੱਚ ਸਥਿਤ ਨੇ। ਇਸ ਤੋਂ ਇਲਾਵਾ ਇਸ ਦੇ ਵਿੱਚ ਅਫਗਾਨਿਸਤਾਨ, ਈਰਾਨ, ਚੀਨ, ਮਿਆਂਮਾਰ ਤੇ ਹੋਰ ਵੀ ਇਸ ਦੇ ਵਿੱਚ ਕਹਿ ਸਕਦੇ ਹਾਂ ਕਾਫੀ ਸਾਰੀਆਂ ਜਿਹੜੀਆਂ ਕੰਟਰੀਆਂ ਅਵੇਲੇਬਲ ਨੇ, ਬਟ ਅਸੀਂ ਦੱਖਣੀ ਏਸ਼ੀਆ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਿਰਫ ਇਹ ਪਾਰਟ ਹੀ ਅਸੀਂ ਸ਼ਾਮਿਲ ਕੀਤੇ ਹਨ। ਸੋ ਸਾਡੇ ਭਾਰਤ ਨੂੰ ਇੱਕ ਉਪ ਮਹਾਂਦੀਪ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਾਂ ਦੱਖਣੀ ਏਸ਼ੀਆ ਨੂੰ ਇੱਕ ਉਪ ਮਹਾਂਦੀਪ ਕਿਹਾ ਜਾਂਦਾ ਹੈ। ਸੋ ਇਹਦਾ ਕਾਰਨ ਇਹ ਹੈ ਕਿ ਜਿਹੜਾ ਭਾਰਤ ਉਸ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਸਮੁੰਦਰਾਂ ਦੇ ਕਿਨਾਰਾ ਜੋ ਲੱਗਦਾ ਹੈ, ਔਰ ਪਹਾੜੀਆਂ ਪਾਈਆਂ ਜਾਂਦੀਆਂ ਨੇ, ਔਰ ਬਾਕੀ ਦੇਸ਼ਾਂ ਦੇ ਨਾਲੋਂ ਕਾਫੀ ਜਿਹੜਾ ਇਹ ਡਿਫਰੈਂਸ ਹੈਗਾ ਗਾ, ਠੀਕ ਹੈ। ਨਾਰਥ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਿਮਾਲਿਆ ਪਰਬਤ ਆ ਜਾਂਦਾ ਇਸ ਤੇ, ਸਾਊਥ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਤੇ ਇੰਡੀਅਨ ਓਸ਼ਨ ਆ ਜਾਂਦਾ ਹੈਗਾ ਗਾ, ਠੀਕ ਹੈ। ਔਰ ਵੈਸਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਰਬ ਸਾਗਰ ਦੀ ਜਿਹੜੀ ਖਾੜੀ ਆ ਜਾਂਦੀ ਹੈਗੀ ਆ, ਠੀਕ ਹੈ। ਔਰ ਈਸਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੰਗਾਲ ਦੀ ਖਾੜੀ ਆਉਂਦੀ ਹੈ। ਸੋ ਚਾਰੋਂ ਪਾਸੋਂ ਤੇ ਅਸੀਂ ਕਹਿ ਸਕਦੇ ਇੱਕ ਵਿਸ਼ਾਲ ਹੈ, ਜਿਸ ਕਰਕੇ ਇਸ ਨੂੰ ਇੱਕ ਉਪ ਮਹਾਂਦੀਪ ਦਾ ਜਿਹੜਾ ਨਾਮ ਉਹ ਦਿੱਤਾ ਜਾਂਦਾ ਹੈ, ਠੀਕ ਹੈ। ਔਰ ਪਾਪੂਲੇਸ਼ਨ ਪੱਖੋਂ ਵੀ ਸਾਡਾ ਇੰਡੀਆ ਜਿਹੜਾ ਕਾਫੀ ਹੈ ਵਾਸਟ ਹੈ। ਸੋ ਦੂਸਰੇ ਨੰਬਰ ਦੇ ਉੱਪਰ ਜਿਹੜਾ ਆਉਂਦਾ ਹੈ ਚੀਨ ਤੋਂ ਬਾਅਦ। ਨੈਕਸਟ ਹੈ ਗੰਗਾ ਅਤੇ ਇਸ ਦੀਆਂ ਸਹਾਇਕ ਨਦੀਆਂ ਨੂੰ ਸੋਣ ਜਿਹੜਾ ਕਹਿੰਦੇ ਨੇ, ਠੀਕ ਹੈ। ਸੋ ਇਸ ਦੇ ਵਿੱਚ ਕੀ ਹੈ ਕਿ ਗੰਗਾ ਇੱਕ ਅਜਿਹੀ ਨਦੀ ਹੈ, ਸੋ ਜਿਹੜੀ ਪੁਰਾਣੇ ਸਮੇਂ ਤੋਂ ਹੀ ਭਾਰਤ ਦਾ ਇੱਕ ਵੱਡਾ ਇਤਿਹਾਸ ਲੁਕੋ ਕੇ ਰੱਖਦੀ ਹੈ ਆਪਣੇ ਵਿੱਚ, ਠੀਕ ਹੈ। ਸੋ ਇੱਥੇ ਗੰਗਾ ਨਦੀ ਦੇ ਕਿਨਾਰੇ ਉੱਪਰ ਇੱਕ ਮਗਧ ਰਾਜ ਸੀ, ਜੋ ਕਿ ਬਿਹਾਰ ਦੇ ਵਿੱਚ ਪੈ ਜਾਂਦਾ ਹੈ। ਸੋ ਇਹ ਪੁਰਾਤਨ ਸਮੇਂ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਦੇ ਉੱਪਰ ਫੈਲਿਆ ਹੋਇਆ ਰਾਜ ਸੀ, ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਰਾਜਿਆਂ ਨੇ ਕਹਿ ਸਕਦੇ ਹਾਂ ਰਾਜ ਕੀਤਾ ਹੈ। ਸੋ ਇਹ ਭਾਰਤ ਦੀ ਪੁਰਾਤਨ ਸਮੇਂ ਦੇ ਵਿੱਚ ਇੱਕ ਰਾਜਧਾਨੀ ਦੇ ਰੂਪ ਦੇ ਵਿੱਚ ਵੀ ਭੂਮਿਕਾ ਨਿਭਾ ਚੁੱਕੀ ਹੈ, ਜੋ ਕਿ ਬਿਹਾਰ ਦੇ ਵਿੱਚ ਪੈਂਦੀ ਹੈਗੀ ਹੈ, ਠੀਕ ਹੈ। ਸੋ ਇੱਥੇ ਜਿੰਨੇ ਵੀ ਸ਼ਾਸਕ ਹੈ ਉਹ ਬਹੁਤ ਸ਼ਕਤੀਸ਼ਾਲੀ ਰਹੇ, ਉਹਨਾਂ ਨੇ ਇਸੇ ਪੁਆਇੰਟ ਤੋਂ ਹੀ, ਮਗਧ ਰਾਜ ਤੋਂ ਹੀ ਬਾਕੀ ਭਾਰਤ ਨੂੰ ਜਿਹੜਾ ਕੰਟਰੋਲ ਕੀਤਾ। ਸੋ ਇਸ ਕਰਕੇ ਇਹ ਇੱਕ ਆਪਣੀ ਅਲੱਗ ਤੋਂ ਪਹਿਚਾਣ ਰੱਖਦੀ ਹੈਗੀ ਮਗਧ ਰਾਜ, ਠੀਕ ਹੈ, ਜਿਹਦੇ ਕਰਕੇ ਕਹਿ ਸਕਦੇ ਹਾਂ ਇਸਨੇ ਬਾਕੀ ਦੇ ਜਿਹੜੇ ਇੰਡੀਆ ਦੇ ਭਾਗ ਨੇ ਉਹਨਾਂ ਦੇ ਉੱਪਰ ਵੀ ਆਪਣਾ ਰਾਜ ਆ ਜਿਹੜਾ ਉਹ ਐਸਟੈਬਲਿਸ਼ ਕੀਤਾ ਸੀ। ਅੱਗੇ ਆ ਜਾਂਦੀ ਗੱਲ ਕਿ ਭਾਰਤ ਆ ਜਿਹੜਾ ਉਸਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਸੋ ਟੋਪਿਕ ਦੇ ਅਕੋਰਡਿੰਗ ਧਰਤੀ ਦੇ ਨਾਮ ਆਊਗਾ, ਕਿਉਂਕਿ ਲੈਂਡ ਦੇ ਬਾਰੇ ਪੁੱਛਿਆ ਹੈ, ਤਾਂ ਅਸੀਂ ਇੱਥੇ ਭਾਰਤ ਦੀ ਗੱਲ ਕਰਾਂਗੇ। ਤਾਂ ਭਾਰਤ ਨੂੰ ਅੱਗੇ ਦੋ ਨਾਮਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੋ ਇੱਕ ਤਾਂ ਇੰਡੀਆ ਹੈ ਅਤੇ ਇੱਕ ਭਾਰਤ ਹੈ। ਹਾਲਾਂਕਿ ਉਸਦੇ ਬਹੁਤ ਸਾਰੇ ਨਾਮ ਨੇ ਜੋ ਆਪਾਂ ਅਲੱਗ-ਅਲੱਗ ਚੈਪਟਰਸ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਣਗੇ, ਉੱਥੋਂ ਅਸੀਂ ਸਾਰੇ ਪੜ੍ਹਾਂਗੇ ਇਸਨੂੰ, ਬਟ ਇਸ ਚੈਪਟਰ ਦੇ ਅਕੋਰਡਿੰਗ ਸਿਰਫ ਦੋ ਹੀ ਨਾਮ ਜਿਹੜੇ ਜ਼ਿਕਰ ਕੀਤੇ ਗਏ ਨੇ, ਇੱਕ ਇੰਡੀਆ ਅਤੇ ਇੱਕ ਭਾਰਤ। ਸੋ ਇੰਡੀਆ ਜਿਹੜਾ ਸ਼ਬਦ ਆ ਉਹ ਸਿੰਧ ਤੋਂ ਆਇਆ ਹੈ, ਜਿਸ ਨੂੰ ਸੰਸਕ੍ਰਿਤ ਦੇ ਵਿੱਚ ਸਿੰਧੂ ਕਿਹਾ ਜਾਂਦਾ ਹੈ। ਸੋ ਸਿੰਧੂ ਜਿਹੜੀ ਇੱਕ ਉਹ ਨਦੀ ਹੈ, ਸਾਨੂੰ ਪਤਾ ਹੈ ਨਾ, ਸੋ ਉਸਦੇ ਕਿਨਾਰੇ ਵਸਿਆ ਹੋਇਆ ਸ਼ਹਿਰ ਸੀ, ਇਸ ਕਰਕੇ ਇਸਨੂੰ ਕਿਹਾ ਜਾਂਦਾ ਸੀ, ਠੀਕ ਹੈ। ਇਰਾਨੀ ਤੇ ਯੂਨਾਨੀ ਜੋ ਕਿ ਤਕਰੀਬਨ 2500 ਸਾਲ ਪਹਿਲਾਂ ਉੱਤਰ ਪੱਛਮ ਦੇ ਵਿੱਚੋਂ ਲੰਘੇ ਸੀ, ਅਤੇ ਉਹ ਇਸ ਸਿੰਧ ਨਦੀ ਤੋਂ ਜਾਣੂ ਸੀਗੇ। ਸੋ ਇਸੇ ਕਰਕੇ ਉਹਨਾਂ ਨੇ ਇਸ ਨੂੰ ਹਿੰਦੋ ਜਾਂ ਇੰਡੋ ਜਿਹੜਾ ਕਹਿੰਦੇ ਹੁੰਦੇ ਸੀ, ਅਤੇ ਨਦੀ ਦੇ ਜਿਹੜਾ ਪੂਰਬ ਵਾਲਾ ਭਾਗ ਹੁੰਦਾ ਸੀ ਜਾਂ ਧਰਤੀ ਹੁੰਦੀ ਸੀ, ਉਸ ਨੂੰ ਭਾਰਤ ਦੇ ਨਾਮ ਨਾਲ ਇੱਥੇ ਜਾਣਿਆ ਜਾਂਦਾ ਹੁੰਦਾ ਸੀਗਾ, ਠੀਕ ਹੈ। ਤਾਂ ਭਾਰਤ ਦੇ ਨਾਮਾਂ ਦੀ ਅਸੀਂ ਗੱਲ ਕਰੀਏ ਤਾਂ ਇਹ ਨਾਮ ਜਿਹੜਾ ਇਸਦੇ ਜਿਹੜੇ ਪੂਰਬ ਦੇ ਵਿੱਚ ਵਸਦੇ ਸੀ ਲੋਕ, ਉਹਨਾਂ ਦੇ ਲਈ ਇਹ ਵਰਤਿਆ ਜਾਂਦਾ ਸੀਗਾ। ਸੋਰੀ, ਠੀਕ ਹੈ। ਔਰ ਇਸ ਤੋਂ ਇਲਾਵਾ ਕੁਝ ਲੋਕ ਇਸ ਨੂੰ ਕਹਿ ਸਕਦੇ ਕਿ ਉੱਤਰ ਪੱਛਮ ਦੇ ਵਿੱਚ ਜਿਹੜਾ ਗਰੁੱਪ ਰਹਿੰਦਾ ਸੀ ਲੋਕਾਂ ਦਾ, ਠੀਕ ਹੈ, ਲੋਕਾਂ ਦਾ ਸਮੂਹ ਰਹਿੰਦਾ ਸੀ ਉੱਤਰ ਪੱਛਮ ਵਾਲੇ ਏਰੀਏ ਦੇ ਵਿੱਚ, ਉਹਨਾਂ ਨੂੰ ਇੱਥੇ ਭਾਰਤ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਠੀਕ ਹੈ। ਔਰ ਭਾਰਤ ਦਾ ਜਿਹੜਾ ਨਾਮ ਦਾ ਜ਼ਿਕਰ ਸਾਨੂੰ ਮਿਲਦਾ ਹੈ ਉਹ ਰਿਗਵੇਦ ਦੇ ਵਿੱਚ ਵੀ ਮਿਲਦਾ ਹੈ, ਜੋ ਕਿ ਸਭ ਤੋਂ ਪ੍ਰਾਚੀਨ ਗ੍ਰੰਥ ਹੈ, ਸੰਸਕ੍ਰਿਤ ਦੇ ਵਿੱਚ ਲਿਖਿਆ ਹੈ। ਸੋ ਇਹਦੇ ਵਿੱਚ ਵੀ ਸਾਨੂੰ ਭਾਰਤ ਦਾ ਜਿਹੜਾ ਜ਼ਿਕਰ ਮਿਲਦਾ ਹੈ, ਜੋ ਕਿ ਅੱਜ ਤੋਂ ਲਗਭਗ 3500 ਸਾਲ ਪੁਰਾਣਾ ਜਿਹੜਾ ਮੰਨਿਆ ਜਾਂਦਾ ਹੈਗਾ।
ਸੋ ਅਗਰ ਅਸੀਂ ਗੱਲ ਕਰਨੀ ਹੋਵੇ ਕਿ ਅਤੀਤ ਦੇ ਬਾਰੇ ਅਸੀਂ ਕਿਵੇਂ ਜਾਣ ਸਕਦੇ ਹਾਂ, ਹਾਲਾਂਕਿ ਬਹੁਤ ਸਾਰੇ ਜਿਹੜੇ ਤਰੀਕੇ ਨੇ ਜਿਨ੍ਹਾਂ ਦੇ ਥਰੂ ਅਸੀਂ ਸਮਝ ਸਕਦੇ ਹਾਂ ਕਿ ਅਸੀਂ ਅਤੀਤ ਨੂੰ ਜਾਣ ਸਕਦੇ ਹਾਂ। ਸੋ ਠੀਕ ਹੈ, ਸੋ ਉਹਨਾਂ ਦੀ ਅਸੀਂ ਗੱਲ ਕਰਦੇ ਹਾਂ। ਸੋ ਪਹਿਲਾ ਹੈ ਕਿ ਸਾਡੇ ਕੋਲੇ ਪੁਰਾਤਨ ਜਿਹੜੀਆਂ ਗ੍ਰੰਥ ਨੇ, ਕਿਤਾਬਾਂ ਨੇ, ਉਹਨਾਂ ਦੇ ਥਰੂ ਅਸੀਂ ਕਿਸੇ ਵੀ ਅਤੀਤ ਦੇ ਬਾਰੇ ਜਾਣ ਸਕਦੇ ਹਾਂ ਕਿ ਪੁਰਾਤਨ ਸਮੇਂ ਦੇ ਵਿੱਚ ਕੀ ਕੁਝ ਰਿਹਾ ਹੈ, ਕਿਹੋ ਜਿਹਾ ਸਮਰਾਜ ਸਾਡਾ ਰਿਹਾ ਹੈ, ਲੋਕ ਕਿਹੋ ਜਿਹੇ ਸੀ, ਕੀ ਖਾਂਦੇ ਸੀ, ਕੀ ਪਹਿਨਦੇ ਸੀ, ਕਿਹਨਾਂ ਨਾਲ ਜਿਹੜੀਆਂ ਲੜਾਈਆਂ ਹੋਈਆਂ, ਉਹ ਸਾਰੀਆਂ ਅਸੀਂ ਪੁਰਾਣੀਆਂ ਬੁੱਕਸ ਦੇ ਵਿੱਚੋਂ ਲਿਖੀਆਂ ਹੋਈਆਂ ਨੇ, ਉਹਨਾਂ ਦੇ ਵਿੱਚੋਂ ਮਿਲਦੀਆਂ ਹੈਗੀਆਂ ਨੇ। ਠੀਕ ਹੈ, ਸੋ ਕੁਝ ਇਸ ਤਰ੍ਹਾਂ ਦੀਆਂ ਲਿਖਤਾਂ ਨੇ ਜਿਹੜੀਆਂ ਕਿ ਹੱਥ ਲਿਖਤ ਹੁੰਦੀਆਂ ਨੇ, ਜਿਨ੍ਹਾਂ ਨੂੰ ਮੈਨੂਸਕ੍ਰਿਪਟ ਕਿਹਾ ਜਾਂਦਾ ਹੈਗਾ ਗਾ। ਠੀਕ ਹੈ, ਕਾਫੀ ਇੰਪੋਰਟੈਂਟ ਹੈ ਇਹ ਵਾਲਾ। ਸੋ ਮੈਨੂਸਕ੍ਰਿਪਟ ਜਿਹੜਾ ਕਿਹਾ ਜਾਂਦਾ ਹੈ, ਸੋ ਮੈਨੂਸਕ੍ਰਿਪਟ ਦਾ ਮਤਲਬ ਹੈ ਕਿ ਜੋ ਹੱਥ ਦੇ ਦੁਆਰਾ ਲਿਖੀ ਜਾਂਦੀ ਲਿਖਤ ਹੈ। ਸੋ ਮੈਨੂਸਕ੍ਰਿਪਟ ਹੈ ਜਿਹੜਾ ਉਹ ਲਾਤੀਨੀ ਸ਼ਬਦ ਹੈ। ਸੋ ਲਾਤੀਨੀ ਦੇ ਸ਼ਬਦ ਮੈਨੂ ਤੋਂ ਆਇਆ ਹੈ। ਸੋ ਮੈਨੂ ਦਾ ਅਰਥ ਹੈ ਕਿ ਹੱਥ, ਯਾਨੀ ਕਿ ਹੱਥ ਦੇ ਦੁਆਰਾ ਜੋ ਕੁਝ ਲਿਖਿਆ ਜਾਂਦਾ ਉਸਨੂੰ ਕਿਹਾ ਜਾਂਦਾ ਹੈ। ਸੋ ਇਹ ਹੱਥ ਲਿਖਤ ਜਿਹੜੀਆਂ ਹੁੰਦੀਆਂ ਸੀ, ਉਹ ਤਕਰੀਬਨ ਜਿਹੜੀਆਂ ਉਹ ਦਰਖਤ ਦੇ ਪੱਤੇ, ਯਾਨੀ ਤਾੜ ਦੇ ਪੱਤਿਆਂ ਦੇ ਉੱਪਰ ਪਾਇਆ ਜਾਂਦਾ ਸੀ। ਠੀਕ ਹੈ, ਉਹਨੂੰ ਕੱਟ ਕੇ ਉਸਦੇ ਵਿੱਚ ਕਹਿ ਸਕਦੇ ਹਾਂ ਇੱਕ ਫੱਟੀ ਦੀ ਤਰ੍ਹਾਂ ਬਣਾਇਆ ਜਾਂਦਾ ਸੀ, ਉਸਦੇ ਸੱਕ ਦੇ ਉੱਪਰ ਇਹ ਉਗਾਇਆ ਲਿਖਿਆ ਜਾਂਦਾ ਸੀ। ਠੀਕ ਹੈ, ਔਰ ਇਹ ਤਾੜ ਦੇ ਜਿਹੜੇ ਪੱਤੇ ਨੇ ਜਾਂ ਦਰਖਤ ਨੇ, ਇਹ ਮਿਲਦੇ ਸੀਗੇ ਹਿਮਾਲਿਆ ਪਰਬਤ ਦੇ ਵਿੱਚ, ਉੱਥੋਂ ਸਾਨੂੰ ਇਹ ਮਿਲਦੇ ਹੁੰਦੇ ਸੀਗੇ। ਠੀਕ ਹੈ, ਸੋ ਇਹ ਕਾਫੀ ਇੰਪੋਰਟੈਂਟ ਹੈ ਕਿ ਪੁਰਾਤਨ ਸਮੇਂ ਦੇ ਵਿੱਚ ਇਤਿਹਾਸ ਸਾਨੂੰ ਲਿਖਤ ਜਿਹੜਾ ਮਿਲਦਾ ਉਹ ਕਿੱਥੇ ਮਿਲਦਾ ਹੈ, ਕਿਸ ਚੀਜ਼ ਦੇ, ਤਾਂ ਤਾੜ ਦੇ ਪੱਤਿਆਂ ਦੇ ਉੱਪਰ ਮਿਲਦਾ ਹੈ। ਸੋ ਇਹ ਸ਼ਾਇਦ ਪੀਐਸ ਟੈਟ ਦੇ ਪੇਪਰ ਦੇ ਵਿੱਚ ਵੀ ਪੇਪਰ ਦੇ ਵਿੱਚ ਆਇਆ ਹੋਇਆ ਹੈ। ਠੀਕ ਹੈ, ਸੋ ਤਾੜ ਦੇ ਪੱਤੇ ਜਿਹੜੇ ਉਹਨਾਂ ਨੂੰ ਕਹਿ ਸਕਦੇ ਹੈਗੇ ਕਿ ਅਸੀਂ ਕੱਟ ਕੇ, ਠੀਕ ਆ, ਉਸ ਦੇ ਵਿੱਚ ਉਸਨੂੰ ਇੱਕ ਫੱਟੀ ਦੀ ਤਰ੍ਹਾਂ ਜਾਂ ਪੰਨਿਆਂ ਦੀ ਤਰ੍ਹਾਂ ਜਿਹੜਾ ਇਸਤੇਮਾਲ ਕੀਤਾ ਜਾਂਦਾ ਸੀਗਾ। ਸੋ ਉਸ ਤੋਂ ਜੋੜ ਕੇ ਹੀ ਜਿਹੜੀ ਇੱਕ ਕਿਤਾਬ ਆ ਉਹ ਬਣਾਈ ਜਾਂਦੀ ਸੀਗੀ। ਠੀਕ ਹੈ, ਇੱਕ ਖਰੜਾ ਜਿਹੜਾ ਬਣਾਇਆ ਜਾਂਦਾ ਸੀ, ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਸੱਕ ਉਸਨੂੰ ਉਤਾਰ ਕੇ ਉਸਦੇ ਵਿੱਚ ਕੱਟ ਪਾ ਕੇ, ਠੀਕ, ਉਹਦੇ ਉੱਪਰ ਲਿਖਿਆ ਗਿਆ ਹੈ। ਔਰ ਇਹ 1000 ਸਾਲ ਪੁਰਾਣਾ ਜਿਹੜਾ ਲਿਖਿਆ ਗਿਆ ਹੈ, ਸੋ ਇਹ ਪੰਨਾ ਉੱਥੋਂ ਮਿਲਿਆ ਹੋਇਆ ਹੈ। 1000 ਸਾਲ ਪੁਰਾਣਾ ਇਹ ਮੰਨਿਆ ਜਾਂਦਾ ਹੈ। ਠੀਕ ਹੈ, ਅਲੱਗ-ਅਲੱਗ ਨੇ, ਬਟ ਕੁਛ ਨਸ਼ਟ ਹੋ ਜਾਂਦੇ ਆ ਕਿਉਂਕਿ ਦਰਖਤ ਜਿਹੜੇ ਹੁੰਦੇ ਨੇ ਉਹ ਖਰਾਬ ਹੋ ਜਾਂਦੇ ਨੇ ਮਿੱਟੀ ਦੇ ਵਿੱਚ ਰਲ ਕੇ ਨਾ, ਬਟ ਕੁਛ ਜਿਹੜੇ ਆ ਉਹ ਰਹਿ ਜਾਂਦੇ ਨੇ। ਤਾਂ ਉਹਨਾਂ ਦੇ ਵਿੱਚੋਂ ਇੱਕ ਬਚਿਆ ਹੈ ਜਿਹੜਾ ਕਿ 1000 ਸਾਲ ਜਿਹੜਾ ਪੁਰਾਣਾ ਮੰਨਿਆ ਜਾਂਦਾ ਹੈ। ਸੋ ਇਸ ਤੋਂ ਇਲਾਵਾ ਜਿਹੜੀਆਂ ਇਹ ਕਿਤਾਬਾਂ ਨੇ ਸਾਨੂੰ ਜਾਣਕਾਰੀ ਦਿੰਦੀਆਂ ਨੇ ਉੱਥੋਂ ਦੇ ਧਾਰਮਿਕ ਵਿਸ਼ਵਾਸਾਂ ਦੇ ਬਾਰੇ, ਉੱਥੋਂ ਦੀ ਰਾਜਨੀਤਿਕ ਬਾਰੇ, ਠੀਕ, ਉੱਥੋਂ ਦੇ ਇਤਿਹਾਸ ਬਾਰੇ, ਉੱਥੋਂ ਦੇ ਰਾਜਿਆਂ ਦੀ ਜ਼ਿੰਦਗੀ ਦੇ ਬਾਰੇ, ਦਵਾਈਆਂ ਬਾਰੇ, ਵਿਗਿਆਨ ਬਾਰੇ। ਇਹ ਸਾਨੂੰ ਸਾਰੀਆਂ ਕਿਤਾਬਾਂ ਜਿਹੜੀਆਂ ਉਹਨਾਂ ਚੀਜ਼ਾਂ ਦੇ ਬਾਰੇ ਜਾਣਕਾਰੀ ਦਿੰਦੀਆਂ ਹੈਗੀਆਂ ਨੇ, ਸੋ ਜਿਹੜੇ ਤਾੜ ਪੱਤਿਆਂ ਦੇ ਉੱਪਰ ਲਿਖੀਆਂ ਜਾਂਦੀਆਂ ਹੈਗੀਆਂ ਨੇ। ਠੀਕ ਹੈ, ਔਰ ਇਸ ਤੋਂ ਇਲਾਵਾ ਮਹਾਂਕਾਵੀ ਹੋ ਗਏ, ਕਵਿਤਾਵਾਂ ਹੋ ਗਈਆਂ, ਨਾਟਕ ਹੋ ਗਏ, ਇਹ ਵੀ ਸਾਨੂੰ ਕਾਫੀ ਹੈਲਪ ਕਰਦੇ ਨੇ ਪੁਰਾਤਨ ਇਤਿਹਾਸ ਨੂੰ ਜਾਣਨ ਦੇ ਵਿੱਚ। ਅਗਰ ਇਹਨਾਂ ਦੀ ਗੱਲ ਕਰੀਏ ਤਾਂ ਪੁਰਾਤਨ ਸਮੇਂ ਦੇ ਵਿੱਚ ਜਿਹੜੀਆਂ ਸਾਨੂੰ ਲਿਖਤਾਂ ਮਿਲਦੀਆਂ ਨੇ, ਉਹ ਆਮ ਲੋਕਾਂ ਦੇ ਦੁਆਰਾ ਜੋ ਵਰਤੀ ਜਾਂਦੀ ਭਾਸ਼ਾ ਸੀ ਉਹਨਾਂ ਦੇ ਵਿੱਚ ਹੀ ਮਿਲਦੀਆਂ ਨੇ। ਸੋ ਮੁੱਖ ਜਿਹੜੀਆਂ ਸਾਨੂੰ ਪ੍ਰਕਿਰਤਿਕ ਤੇ ਤਾਮਿਲ ਭਾਸ਼ਾਵਾਂ ਦੇ ਵਿੱਚ ਮਿਲਦੀਆਂ ਨੇ, ਸੋ ਇਹਨਾਂ ਦੇ ਦੁਆਰਾ ਬਹੁਤ ਜ਼ਿਆਦਾ ਜਿਹੜਾ ਸਾਹਿਤ ਆ ਉਹ ਲਿਖਿਆ ਹੋਇਆ ਮਿਲਦਾ ਹੈ, ਜਿਨ੍ਹਾਂ ਤੋਂ ਸਾਨੂੰ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ। ਠੀਕ ਹੈ, ਸੋ ਇੱਕ ਸਿਰਾਲੇਖ ਮਿਲਿਆ ਹੈ ਜੋ ਕਿ ਬਹੁਤ ਪੁਰਾਣਾ ਹੈ। ਸੋ ਇਹਦੀ ਤਕਰੀਬਨ 2250 ਸਾਲ ਪੁਰਾਣਾ ਇਹ ਸਿਲਾਲੇਖ ਮੰਨਿਆ ਜਾਂਦਾ ਹੈ, ਜੋ ਕਿ ਅਜੋਕੇ ਪਾਕਿਸਤਾਨ ਦੇ ਕੰਧਾਰ ਦੇ ਵਿੱਚੋਂ ਪਾਇਆ ਗਿਆ ਹੈ। ਸੋ ਇਹ ਤੁਸੀਂ ਦੇਖ ਸਕਦੇ ਹੋ ਇਮੇਜ ਦੇ ਵਿੱਚ। ਠੀਕ ਹੈ, ਸੋ ਇਹ ਇੱਕ ਸ਼ਿਲਾਲੇਖ ਹੈ ਜਿਹਦੇ ਉੱਪਰ ਕਾਫੀ ਕੁਛ ਜਿਹੜਾ ਲਿਖਿਆ ਗਿਆ ਹੈ। ਠੀਕ ਹੈ, ਸੋ ਇਹ 2250 ਸਾਲ ਪੁਰਾਣਾ ਮੰਨਿਆ ਗਿਆ ਹੈਗਾ ਗਾ। ਸੋ ਇਹ ਅਸ਼ੋਕਾ ਦੇ ਦੁਆਰਾ ਲਿਖਿਆ ਗਿਆ ਆਦੇਸ਼ ਮੰਨਿਆ ਗਿਆ ਹੈ ਕਿ ਅਸ਼ੋਕਾ ਨੇ ਕੁਝ ਆਦੇਸ਼ ਲਿਖੇ ਸੀ ਇਸਦੇ ਵਿੱਚ ਲੋਕਾਂ ਦੇ ਲਈ, ਉਹਦੇ ਅਕੋਰਡਿੰਗ ਮੰਨਿਆ ਗਿਆ ਹੈ। ਠੀਕ ਹੈ, ਔਰ ਇਹ ਸ਼ਿਲਾਲੇਖ ਦੇ ਵਿੱਚ ਦੋ ਵੱਖਰੀਆਂ ਸਕ੍ਰਿਪਟਾਂ ਜਾਂ ਭਾਸ਼ਾਵਾਂ, ਜਿਵੇਂ ਯੂਨਾਨੀ ਜਿਹੜੀ ਕਿ ਉੱਪਰ ਵੱਲ, ਠੀਕ ਹੈ, ਟੌਪ ਦੇ ਵਿੱਚ ਵਰਤੀ ਗਈ ਹੈ, ਔਰ ਇਸ ਤੋਂ ਬਾਅਦ ਆਰਾਮਿਕ ਹੇਠਾਂ ਨੂੰ ਲਿਖੀ ਗਈ ਹੈਗੀ ਹੈ। ਦੋ ਭਾਸ਼ਾਵਾਂ ਦੇ ਵਿੱਚ ਇਹ ਮਿਲਦਾ ਹੈ। ਉੱਪਰਲੀ ਭਾਸ਼ਾ ਜਿਹੜੀ ਆ ਉਹ ਯੂਨਾਨੀ ਭਾਸ਼ਾ ਹੈ, ਔਰ ਜਿਹੜੀ ਹੇਠਲੀ ਭਾਸ਼ਾ ਹੈਗੀ ਆ ਉਹਨੂੰ ਆਰਾਮਿਕ ਜਿਹੜੀ ਭਾਸ਼ਾ ਦੇ ਨਾਮ ਕਰਕੇ ਜਾਣਿਆ ਜਾਂਦਾ ਹੈ। ਠੀਕ ਹੈ, ਇਸ ਤਰੀਕੇ ਦੇ ਨਾਲ ਇਹ ਲਿਖਿਆ ਗਿਆ ਹੈ, ਲੋਕਾਂ ਨੂੰ ਆਦੇਸ਼ ਇਸ ਦੇ ਵਿੱਚ ਦਿੱਤੇ ਗਏ ਨੇਗੇ। ਸੋ ਜਿਹੜੇ ਲੋਕ ਇਹਨਾਂ ਚੀਜ਼ਾਂ ਦਾ ਅਧਿਐਨ ਕਰਦੇ ਹੈਗੇ ਨੇ, ਯਾਨੀ ਕਿ ਇਸ ਤਰ੍ਹਾਂ ਦੇ ਸ਼ਿਲਾਲੇਖ ਹੋ ਗਏ, ਪੁਰਾਤੱਤਵ ਹੋ ਗਿਆ ਨਾ, ਸੋ ਇਹਨਾਂ ਚੀਜ਼ਾਂ ਦਾ ਜਿਹੜੇ ਅਧਿਐਨ ਕਰਦੇ ਨੇ ਉਹਨਾਂ ਨੂੰ ਪੁਰਾਤੱਤਵ ਵਿਗਿਆਨੀ ਆਖਿਆ ਜਾਂਦਾ ਹੈ, ਆਰਕੀਓਲੋਜਿਸਟ ਆਖਿਆ ਜਾਂਦਾ ਹੈ, ਜਿਹੜੇ ਇਹਨਾਂ ਚੀਜ਼ਾਂ ਦੀ ਅਧਿਐਨ ਕਰਦੇ ਹੈਗੇ ਨੇ, ਸਟੱਡੀ ਕਰਦੇ ਹੈਗੇ ਨੇ। ਸੋ ਇਹ ਲੋਕ ਕਿਹਨਾਂ ਚੀਜ਼ਾਂ ਨੂੰ ਸਟੱਡੀ ਕਰਦੇ ਨੇ, ਜਿਵੇਂ ਕਿ ਪੱਥਰ ਹੋ ਗਏ, ਇੱਟਾਂ ਹੋ ਗਈਆਂ, ਪੇਂਟਿੰਗ ਹੋ ਗਈਆਂ, ਬੁੱਤ ਹੋ ਗਏ ਜਿਹੜੇ, ਠੀਕ ਆ, ਜਾਂ ਇਮਾਰਤਾਂ ਹੋ ਗਈਆਂ ਜੋ ਕਿ ਇਤਿਹਾਸ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਚ ਗਈਆਂ ਨੇ ਨਸ਼ਟ ਹੋਣ ਤੋਂ, ਉਹਨਾਂ ਦਾ ਅਧਿਐਨ ਕਰਕੇ ਉਸ ਦੀ ਸਟੱਡੀ ਕਰਦੇ ਨੇ, ਤਾਂ ਇਹਨਾਂ ਨੂੰ ਆਰਕੀਓਲੋਜੀ ਜਾਂ ਪੁਰਾਤੱਤਵ ਵਿਗਿਆਨੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੋ ਇਹ ਲੋਕ ਜਿਹੜੇ ਆ ਉਹ ਸੰਦ, ਹਥਿਆਰ, ਬਰਤਨ, ਪੈਨ, ਗਹਿਣੇ, ਸਿੱਕੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੱਭਦੇ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਖੁਦਾਈ ਕਰਕੇ, ਜਿਵੇਂ ਕਿ ਹੜੱਪਾ ਸੱਭਿਅਤਾ ਬਾਰੇ ਇਹਨਾਂ ਨੇ ਖੁਦਾਈ ਕੀਤੀ ਹੈ ਨਾ, ਸੋ ਖੋਜ ਕੇ ਹੀ ਉਹਨਾਂ ਨੂੰ ਉਹਨਾਂ ਚੀਜ਼ ਬਾਰੇ ਪਤਾ ਲੱਗਿਆ ਹੈਗਾ ਗਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਅਧਿਐਨ ਕਰਦੇ ਨੇ, ਫਿਰ ਉਹਨਾਂ ਨੂੰ ਐਨਾਲਾਈਟਿਕ ਕਰਦੇ ਨੇ। ਸੋ ਇਹਦੇ ਵਿੱਚ ਪੱਥਰ, ਹੱਡੀਆਂ, ਪੱਕੀ ਮਿੱਟੀ ਜਾਂ ਧਾਤ ਤੋਂ ਬਣੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਉਹ ਅਧਿਐਨ ਕਰਦੇ ਹੈਗੇ ਨੇ, ਤਾਂ ਕਿ ਉਹ ਸਮਝ ਸਕਣ ਇਸ ਚੀਜ਼ ਨੂੰ ਕਿ ਕਿਵੇਂ ਇਹ ਚੀਜ਼ ਜਿਹੜੀ ਆ ਉਹ ਡਿਵੈਲਪ ਹੋਈ ਹੈਗੀ ਹੈ, ਜਾਂ ਪੁਰਾਤਨ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਸੀਗਾ। ਸੋ ਇੱਥੇ ਇੱਕ ਐਗਜ਼ਾਮਪਲ ਹੈ, ਸੋ ਦੋ ਨੇ। ਸੋ ਇੱਕ ਫਸਟ ਹੈ ਕਿ ਇਸ ਦੇ ਵਿੱਚ 4700 ਸਾਲ ਪਹਿਲਾਂ ਵਰਤਿਆ ਗਿਆ ਇੱਕ ਘੜਾ ਹੈ, ਜੋ ਉਸ ਸਮੇਂ ਦੀ ਇੱਕ ਸਭਿਅਤਾ ਦੀ ਪਹਿਚਾਣ ਹੈ ਕਿ ਉਸ ਤਰ੍ਹਾਂ ਦੇ ਜਿਹੜੇ ਘੜੇ ਆ ਉਹ ਕਿਵੇਂ ਬਣਾਉਂਦੇ ਸੀਗੇ, ਠੀਕ ਹੈ, ਜਾਂ ਕਹਿ ਸਕਦੇ ਹਾਂ ਕਿਹੋ ਜਿਹੇ ਹੁੰਦੇ ਸੀ। ਇਹ ਪੁਰਾਣੇ ਸ਼ਹਿਰ ਦੇ ਵਿੱਚੋਂ ਮਿਲਿਆ ਹੈ, ਜੋ ਕਿ ਤਕਰੀਬਨ 4700 ਸਾਲ ਪਹਿਲਾਂ ਦਾ ਘੜਾ ਹੈ। ਔਰ ਇਸ ਤੋਂ ਇਲਾਵਾ
ਸੋ ਇੱਕ ਪੁਰਾਣਾ ਜਿਹੜਾ ਚਾਂਦੀ ਦਾ ਸਿੱਕਾ ਵੀ ਮਿਲਦਾ ਹੈ, ਜੋ ਕਿ ਅੱਜ ਤੋਂ ਤਕਰੀਬਨ 2500 ਸਾਲ ਪਹਿਲਾਂ ਵਰਤੇ ਜਾਂਦੀ ਸੀ। ਤੁਸੀਂ ਦੇਖ ਸਕਦੇ ਹੋ ਅੱਜ ਦੇ ਸਿੱਕੇ ਦੇ ਵਿੱਚ ਤੇ ਇਸ ਸਿੱਕੇ ਦੇ ਵਿੱਚ ਕਿੰਨਾ ਫ਼ਰਕ ਹੈ। ਸੋ ਇਹ ਚੌਰਸ ਜਿਹੜਾ ਪਾਇਆ ਜਾਂਦਾ ਹੈ ਕਨੀ ਤੋਂ ਕਟਿਆ ਹੈ, ਬਟ ਅੱਜ ਅਸੀਂ ਗੋਲਾਈ ਦੇ ਵਿੱਚ ਜਿਹੜੇ ਸਿੱਕੇ ਨੇ ਉਹਨਾਂ ਨੂੰ ਵਰਤਦੇ ਹਾਂ ਨਾ। ਸੋ ਇਹ ਉਸ ਸਮੇਂ ਕਹਿ ਸਕਦੇ ਹੈਗੇ ਹਾਂ ਕਿ ਤਾਂਬੇ ਦੇ ਵੀ ਹੋ ਸਕਦੇ ਸੀਗੇ, ਠੀਕ ਹੈ, ਜਾਂ ਕਹਿ ਸਕਦੇ ਹਾਂ ਮਿੱਟੀ ਦੇ ਵੀ ਹੋ ਸਕਦੇ ਹੈਗੇ ਨੇ ਨਾ। ਇਹ ਉਹਨਾਂ ਚੀਜ਼ਾਂ ਦੇ ਹੁੰਦੇ ਸੀ, ਡਿਪੈਂਡ ਹੁੰਦਾ ਸੀ ਸਮੇਂ ਦੇ ਅਕੋਰਡਿੰਗ ਕਿਹੜੀ ਚੀਜ਼ ਦੀ ਵਿਕਸਿਤ ਹੋਈ ਹੈਗੀ ਆ। ਸੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਅਸੀਂ ਇਸ ਦੇ ਥਰੂ ਜਾਣ ਸਕਦੇ ਹਾਂ ਕਿ ਕਿਹੋ ਜਿਹਾ ਸਿਸਟਮ ਉਸ ਸਮੇਂ ਹੁੰਦਾ ਸੀਗਾ, ਠੀਕ ਹੈ। ਤਾਂ ਪੁਰਾਤੱਤਵ ਵਿਗਿਆਨੀ ਹੁੰਦੇ ਨੇ ਜਿਹੜੇ, ਉਹ ਕਹਿ ਸਕਦੇ ਹਾਂ ਹੱਡੀਆਂ ਨੂੰ, ਜਾਨਵਰਾਂ ਨੂੰ, ਮੱਛੀਆਂ, ਪੰਛੀਆਂ, ਇਹਨਾਂ ਦੀ ਭਾਲ ਕਰਦੇ ਨੇ। ਸੋ ਇਹਨਾਂ ਨੂੰ ਭਾਲ ਕਰਕੇ ਹੀ ਉਹ ਅਲੱਗ-ਅਲੱਗ ਤਰੀਕਿਆਂ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਦਾ ਅਧਿਐਨ ਕਰਦੇ ਨੇ ਕਿ ਕਿਵੇਂ-ਕਿਵੇਂ ਇਹ ਸਾਰਾ ਕੁਝ ਜਿਹੜਾ ਵਿਕਸਿਤ ਹੋਇਆ ਹੈਗਾ ਗਾ, ਹੈ ਨਾ। ਸੋ ਇਹਨਾਂ ਚੀਜ਼ਾਂ ਨੂੰ ਜਦੋਂ ਉਹ ਵਾਰ-ਵਾਰ ਪੜਤੋਲ ਕਰਨਗੇ, ਪੜਚਾਲ ਕਰਨਗੇ ਉਸਦੀ, ਤਾਂ ਇਹਨਾਂ ਥਰੂ ਉਹ ਸਮਝ ਪਾਉਣਗੇ ਕਿ ਲੋਕ ਕਿਹੋ ਜਿਹੇ ਹੁੰਦੇ ਸੀ, ਉਹਨਾਂ ਦਾ ਸਰੀਰਕ ਢਾਂਚਾ ਕਿਹੋ ਜਿਹਾ ਸੀ, ਕੀ ਉਹ ਖਾਂਦੇ ਸੀ, ਕਿਵੇਂ ਉਹ ਰਹਿੰਦੇ ਸੀ, ਕਿਹੜੀਆਂ ਚੀਜ਼ਾਂ ਉਹਨਾਂ ਦੀਆਂ ਮੁੱਖ ਸੀ, ਕਿਹੜੀਆਂ ਨਹੀਂ ਸੀ। ਇਹ ਸਾਰਾ ਚੀਜ਼ਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਥਰੂ ਹੀ ਜਿਹੜਾ ਪਤਾ ਲੱਗਦਾ ਹੈ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਸ਼ਟ ਹੋ ਜਾਂਦੀਆਂ ਨੇ, ਬਟ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਐਜ਼ ਇਟ ਉਵੇਂ ਹੀ ਪਈਆਂ ਰਹਿੰਦੀਆਂ ਨੇ। ਸੋ ਉਹਨਾਂ ਨੂੰ ਸਟੱਡੀ ਕਰਕੇ ਉਹ ਸਾਰਾ ਕੁਝ ਇਸਦਾ ਅਧਿਐਨ ਕਰਦੇ ਹੈਗੇ ਨੇ, ਠੀਕ ਹੈ। ਸੋ ਇਤਿਹਾਸਕਾਰ ਜਿਹੜੇ ਹੁੰਦੇ ਨੇਗੇ, ਸੋ ਇਹ ਕਹਿ ਸਕਦੇ ਹੈਗੇ ਆਂਗੇ ਕਿ ਪੂਰਨ ਤੌਰ 'ਤੇ ਜਿੰਨੀਆਂ ਵੀ ਹੱਥ ਲਿਖਤਾਂ ਹੋ ਗਈਆਂ ਜਾਂ ਸ਼ਿਲਾਲੇਖ ਹੋ ਗਏ, ਇਹਨਾਂ ਸਾਰਿਆਂ ਨੂੰ ਅਧਿਐਨ ਕਰਦੇ ਨੇ। ਔਰ ਜਦੋਂ ਇਹਨਾਂ ਚੀਜ਼ਾਂ ਦਾ ਉਹ ਅਧਿਐਨ ਕਰਦੇ ਨੇ ਤਾਂ ਉਹ ਇਹਨਾਂ ਦਾ ਹਵਾਲਾ ਜਿਹੜਾ ਉਹ ਇੱਕ ਸਰੋਤ ਦੇ ਰੂਪ ਦੇ ਵਿੱਚ ਲੈਂਦੇ ਨੇ। ਜਾਣੀ ਕਿ ਚਾਹੇ ਉਹ ਹੱਥ ਲਿਖਤਾਂ ਹੋਣ, ਚਾਹੇ ਸ਼ਿਲਾਲੇਖ ਹੋਣ, ਚਾਹੇ ਕੋਈ ਇਮਾਰਤ ਹੋਵੇ, ਇਹ ਸਾਰੇ ਦੇ ਸਾਰੇ ਕੀ ਆ, ਇਤਿਹਾਸ ਨੂੰ ਜਾਣਨ ਦੇ ਸਰੋਤ ਨੇ। ਸਰੋਤ ਨਾਮ ਦੇ ਨਾਲ ਉਸਨੂੰ ਜਾਣਿਆ ਜਾਂਦਾ ਹੈਗਾ ਗਾ। ਅੱਗੇ ਆਉਂਦਾ ਗੱਲ ਕਿ ਤਰੀਕਾਂ। ਸੋ ਤਰੀਕਾਂ ਕਾਫੀ ਇੰਪੋਰਟੈਂਟ ਨੇ। ਸੋ ਵਾਟ ਡੂ ਡੇਟ ਮੀਨਸ ਕਿ ਕਿੰਨੀਆਂ ਵੀ ਹੈ ਨਾ ਡੇਟਾਂ ਹੁੰਦੀਆਂ ਨੇ। ਅਸੀਂ ਗੱਲ ਕਰਦੇ ਹਾਂ ਈਸਾ ਪੂਰਵ, ਈਸਵੀ ਪੂਰਵ, ਇਹਨਾਂ ਚੀਜ਼ਾਂ ਨੂੰ ਸਮਝਣ ਦੇ ਲਈ ਹੈ ਨਾ ਇਹ ਪਾਰਟ ਹੈ। ਸੋ ਕਾਫੀ ਇੰਪੋਰਟੈਂਟ ਹੈ। ਸੋ ਪੀਟੈਟ ਤੇ ਸੀਟੈਟ ਦੇ ਵਿੱਚ ਇਸ ਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਆਉਂਦੇ ਹੁੰਦੇ ਨੇ ਹਰ ਵਾਰ। ਸੋ ਅਗਰ ਸਾਨੂੰ ਜਦੋਂ ਕੋਈ ਪੁੱਛਦਾ ਹੈ ਨਾ ਕਿ ਅਸੀਂ ਕਿਸ ਸਾਲ ਦੇ ਵਿੱਚ ਹਾਂ ਜਾਂ ਕਦੋਂ ਤੋਂ ਸਾਡਾ ਜਨਮ ਹੋਇਆ ਹੈ ਨਾ, ਇਸ ਚੀਜ਼ ਨੂੰ ਜਾਣਦੇ ਹਾਂ, ਤਾਂ ਅਸੀਂ ਉਸਦੇ ਵਿੱਚ ਦਿਨ, ਮਹੀਨੇ ਤੇ ਸਾਲ ਦਾ ਜਿਹੜਾ ਇਸਤੇਮਾਲ ਕਰਦੇ ਹੈਗੇ ਹੈ ਨਾ, ਕਿ ਮੇਰਾ ਜਨਮ ਇੰਨੇ ਤਰੀਕ ਨੂੰ ਹੋਇਆ ਹੈ, ਇਸ ਮਹੀਨੇ ਦੇ ਵਿੱਚ ਹੋਇਆ ਔਰ ਇਸ ਸਾਲ ਹੋਇਆ। ਸੋ ਇਸ ਨੂੰ ਜਾਣਦੇ ਹਾਂ, ਬਟ ਕਿਵੇਂ ਅਸੀਂ ਇਸ ਨੂੰ ਜਾਣਦੇ ਹਾਂ ਜਾਂ ਕਿਵੇਂ ਡਿਵੈਲਪ ਹੋਇਆ ਹੈ ਨਾ। ਸੋ ਸਾਡਾ ਡੇਟ ਸਿਸਟਮ ਹੈ ਜਿਹੜਾ ਉਹ ਅਸੀਂ 2 ਤਰੀਕਿਆਂ ਦੇ ਨਾਲ ਅਪਣਾਇਆ ਹੋਇਆ। ਸੋ ਇਹਦੇ ਕਹਿ ਸਕਦੇ ਹਾਂ ਜਿਹੜੇ ਡੇਟ ਬਣਾਉਣ ਦੀ ਜਿਹੜੀ ਮਿਤੀ ਹੈ, ਸੋ ਇਹ ਈਸਾਈ ਧਰਮ ਦੇ ਜਿਹੜੇ ਬਾਨੀ ਸੀ ਯਿਸੂ ਮਸੀਹ, ਉਸਦੇ ਜਨਮ ਤੋਂ ਨਿਰਧਾਰਿਤ ਕਰਕੇ ਕੀਤੀ ਗਈ ਹੈਗੀ। ਕਿਵੇਂ ਕਿ ਜਦੋਂ ਤੋਂ ਉਸਦਾ ਜਿਹੜਾ ਜਨਮ ਹੋਇਆ ਉਸਦੇ ਆਧਾਰ ਦੇ ਉੱਪਰ ਇਹ ਸਾਰਾ ਕੁਝ ਜਿਹੜਾ ਉਹ ਨਿਸ਼ਚਿਤ ਕੀਤਾ ਗਿਆ ਹੈ। ਸੋ 2000 ਦਾ ਅਰਥ ਹੈ ਕਿ ਮਸੀਹ ਦੇ ਜਨਮ ਤੋਂ 2000 ਸਾਲ ਬਾਅਦ, ਯਾਨੀ ਕਿ ਅੱਜ ਦੀ ਅਸੀਂ ਗੱਲ ਕਰਦੇ ਹਾਂ ਕਿ 2021 ਚੱਲ ਪਿਆ ਹੈ, ਤੇ ਇਹਦਾ ਮਤਲਬ ਇਹ ਹੈ ਕਿ ਇਹ ਅੱਜ ਤੋਂ ਯਾਨੀ ਕਿ ਈਸਾ ਮਸੀਹ ਦੇ ਜਨਮ ਤੋਂ ਬਾਅਦ 2021 ਸਾਲ ਜਿਹੜੇ ਹੋ ਚੁੱਕੇ ਹੈਗੇ ਨੇਗੇ, ਠੀਕ ਹੈ। ਸੋ ਅਗਰ ਮਸੀਹ ਦੇ ਜਨਮ ਤੋਂ ਪਹਿਲਾਂ ਦੀ ਗੱਲ ਕਰੀਏ, ਠੀਕ ਹੈ, ਤਾਂ ਅਸੀਂ ਉਸਨੂੰ ਬਿਫੋਰ ਲਾਵਾਂਗੇ, ਬਟ ਜਦੋਂ ਅਸੀਂ ਬਾਅਦ ਦੀ ਗੱਲ ਕਰਾਂਗੇ ਤਾਂ ਆਫਟਰ ਜਿਹੜਾ ਅਸੀਂ ਲਾ ਦਿੰਦੇ ਹੈਗੇ ਆਂਗੇ, ਠੀਕ ਹੈ। ਸੋ ਇੱਥੇ ਦੇਖਿਆ ਹੈ ਕਿ BC ਦਾ ਜਿਹੜਾ ਸ਼ਬਦ ਆ ਉਹ ਇਸਤੇਮਾਲ ਕੀਤਾ ਜਾਂਦਾ ਹੈਗਾ ਗਾ, ਠੀਕ ਹੈ। ਤੁਸੀਂ ਇੰਗਲਿਸ਼ ਦੇ ਵਿੱਚ ਇਸ ਨੂੰ ਦੇਖ ਸਕਦੇ ਹੋ, ਪੰਜਾਬੀ 'ਚ ਸ਼ਾਇਦ ਲਾਈਨ ਜਿਹੜੀ ਉਹ BC ਦੇ ਵਿੱਚ ਲਿਖੀ ਹੋਈ ਹੈ ਨਾ, ਸੋ ਪਤਾ ਨਾ ਲੱਗੇ। ਸੋ 2000 ਸਾਲ ਪਹਿਲਾਂ ਜਿਹੜਾ ਹੋਊਗਾ ਉਹ ਬਿਫੋਰ ਕ੍ਰਿਸਚਨ ਆਊਗਾ, ਯਾਨੀ ਕਿ ਈਸਾ ਮਸੀਹ ਦੇ ਜਨਮ ਤੋਂ 2000 ਸਾਲ ਪਹਿਲਾਂ ਜੋ ਕੁਝ ਹੋਇਆ। ਔਰ AD ਦਾ ਮਤਲਬ ਹੋਊਗਾ ਨਾ ਕਿ ਜਦੋਂ ਕ੍ਰਿਸ਼ਨ ਦਾ ਜਨਮ ਹੋ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਸੈਸ਼ਨ ਸ਼ੁਰੂ ਹੁੰਦਾ ਹੈਗਾ ਗਾ, ਉਸ ਦੇ ਅਕੋਰਡਿੰਗ ਹੋ ਜਾਵੇਗਾ। ਤੇ BC ਇਹਨਾਂ ਦੀ ਫੁੱਲ ਫਾਰਮ ਵੀ ਆ ਜਾਂਦੀਆਂ ਹੁੰਦੀਆਂ ਨੇ ਕਿ BC ਦੀ ਫੁੱਲ ਫਾਰਮ ਕੀ ਹੈ, AD ਦੀ ਫੁੱਲ ਫਾਰਮ ਕੀ ਹੈਗੀ ਹੈ ਨਾ। ਸੋ ਇਹਨਾਂ ਚੀਜ਼ਾਂ ਨੂੰ ਵੀ ਤੁਸੀਂ ਜਿਹੜਾ ਯਾਦ ਰੱਖਣਾ ਹੋਊਗਾ। ਸੋ ਤਰੀਕਾਂ ਦੇ ਲਈ ਕੁਛ ਲੈਟਰ ਜਿਹੜੇ ਇਸਤੇਮਾਲ ਕੀਤੇ ਜਾਂਦੇ ਨੇ, ਜਿਵੇਂ ਕਿ ਅਸੀਂ BC ਨੂੰ ਦੇਖਿਆ ਹੈ ਕਿ ਬਿਫੋਰ ਕ੍ਰਿਸਟ, ਯਾਨੀ ਕਿ ਈਸਾ ਮਸੀਹ ਤੋਂ ਪਹਿਲਾਂ, ਠੀਕ ਹੈ। BC ਦਾ ਮਤਲਬ ਆ ਜਾਂਦਾ ਹੈ। ਇਸ ਤੋਂ ਇਲਾਵਾ ਅਸੀਂ AD ਜਿਹੜਾ ਸ਼ਬਦ ਆ ਉਹ ਵੀ ਅਸੀਂ ਇਸਤੇਮਾਲ ਕਰਦੇ ਹਾਂ। ਸੋ ਇਹ 2 ਲਾਤੀਨੀ ਸ਼ਬਦਾਂ ਦੇ ਲਈ ਹੈ, ਜਿਹਨੂੰ ਐਨੋ ਡੈਮਿਨੋ ਕਿਹਾ ਜਾਂਦਾ ਹੈਗਾ ਗਾ। AD ਦਾ ਮਤਲਬ ਜਿਹਦਾ ਅਰਥ ਹੈ ਪ੍ਰਭੂ ਦੇ ਸਾਲ, ਭਾਵ ਕਿ ਮਸੀਹ ਦਾ ਜਦੋਂ ਜਨਮ ਹੋ ਗਿਆ ਉਸ ਸਮੇਂ ਤੋਂ ਲੈ ਕੇ ਹੈ, ਠੀਕ ਹੈ। ਉਸ ਨੂੰ ਅਸੀਂ AD ਦੇ ਨਾਮ ਨਾਲ ਜਾਣਦੇ ਹਾਂ। BC, AD ਔਰ ਇਹ 2 ਹੋ ਗਏ। ਇਸ ਤੋਂ ਇਲਾਵਾ ਕਈ ਵਾਰ ਅਸੀਂ CE ਦੀ ਬਜਾਏ DED ਦਾ ਜਿਹੜੀ ਉਸਦਾ ਵੀ ਇਸਤੇਮਾਲ ਕਰਦੇ ਹਾਂ ਅਤੇ BCE ਦਾ ਵੀ ਇਸਤੇਮਾਲ ਕਰਦੇ ਹੈਗੇ ਹੈ ਨਾ। ਸੋ ਇਸ ਦੇ ਲਈ ਕੀ ਹੁੰਦਾ ਹੈ ਕਿ CE ਨੂੰ ਅਸੀਂ ਆਮ ਯੁੱਗ ਕਹਿ ਦਿੰਦੇ ਹਾਂ ਜਾਂ ਕਾਮਨ ਈਰਾ ਦੇ ਨਾਮ ਨਾਲ ਜਾਣਦੇ ਹੈਗੇ ਆਂਗੇ, ਠੀਕ ਹੈ। ਔਰ BCE ਦਾ ਮਤਲਬ ਹੁੰਦਾ ਬਿਫੋਰ ਕਾਮਨ ਈਰਾ ਜਾਂ ਸਧਾਰਨ ਯੁੱਗ ਤੋਂ ਪਹਿਲਾਂ, ਠੀਕ ਹੈ। ਇਹਨਾਂ ਨਾਮਾਂ ਦੇ ਨਾਮ ਨਾਲ ਜਾਣਦੇ, ਇਹ ਕਾਫੀ ਇੰਪੋਰਟੈਂਟ ਹੈ, ਪਲੀਜ਼ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ, ਠੀਕ ਹੈ। ਅਗਰ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਠੀਕ ਹੈ, ਇਸ ਦੇ ਵਿੱਚ ਕਾਫੀ ਪੁਰਾਣਾ ਜਿਹੜਾ ਇਤਿਹਾਸ ਚੱਲਦਾ ਹੁੰਦਾ ਹੈ। ਬਹੁਤ ਸਾਰੇ ਲੋਕਾਂ ਨੇ ਜਿਹੜਾ ਕ੍ਰਿਸਚਨ ਯੁੱਗ ਨੂੰ ਜਿਹੜਾ ਅਪਣਾਇਆ ਉਸ ਦੇ ਅਕੋਰਡਿੰਗ ਆਪਣੀਆਂ ਡੇਟਸ ਜਿਹੜੀਆਂ ਸੈੱਟ ਕੀਤੀਆਂ ਨੇ, ਬਟ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਇਹਨੇ ਤਕਰੀਬਨ ਅੱਜ ਤੋਂ ਤਕਰੀਬਨ 200 ਸਾਲ ਪਹਿਲਾਂ ਇਸ ਡੇਟਸ ਨੂੰ ਇਸਤੇਮਾਲ ਕਰਨਾ ਸ਼ੁਰੂ ਕੀਤਾ ਹੈ, ਜੋ ਕਿ ਈਸਾ ਮਸੀਹ ਦੇ ਜਨਮ ਤੋਂ ਸ਼ੁਰੂ ਹੁੰਦੀ ਹੈ, ਠੀਕ ਹੈ, ਉਹਨਾਂ ਦੇ ਅਕੋਰਡਿੰਗ ਹੈ। ਹਾਲਾਂਕਿ ਸਾਰੇ ਵਿਸ਼ਵ ਦੇ ਵਿੱਚ ਇਹ ਡੇਟਸ ਜਿਹੜੀਆਂ ਵਿਕਸਿਤ ਨਹੀਂ ਗਈਆਂ ਈਸਵੀ ਪੂਰਵ ਦੇ ਨਾਲ ਹੀ ਜਾਣੀਆਂ ਜਾਂਦੀਆਂ ਨੇ, ਬਟ ਭਾਰਤ ਨੇ ਤਕਰੀਬਨ ਇਸ ਨੂੰ
200 ਸਾਲ ਪਹਿਲਾਂ ਹੀ ਵਰਤਣਾ ਸ਼ੁਰੂ ਕੀਤਾ ਇਸ ਕੈਲੰਡਰ ਨੂੰ। ਸੋ ਇਸ ਤੋਂ ਇਲਾਵਾ ਕੁਝ ਹੋਰ ਤੱਤ ਜਿਹੜੇ ਹੁੰਦੇ ਨੇ ਜਿਨ੍ਹਾਂ ਦੇ ਥਰੂ ਅਸੀਂ ਸਮਝ ਸਕਦੇ ਹਾਂ, ਠੀਕ ਹੈ, ਕਿ ਕਿਵੇਂ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ। ਸੋ ਇਸ ਦੇ ਲਈ ਅਸੀਂ ਸ਼ਿਲਾਲੇਖ ਦਾ ਜਿਹੜਾ ਇਸਤੇਮਾਲ ਕਰਦੇ ਹਾਂ, ਜਿਹੜੇ ਸਾਨੂੰ ਦੱਸਦੇ ਹੈਗੇ ਹਨ ਕਿ ਕੀ ਕੁਝ ਵਾਪਰਿਆ ਹੈਗਾ ਗਾ। ਸੋ ਇਹ ਬਹੁਤ ਹੀ ਸਾਲ ਪੁਰਾਣੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀ ਜਿਹੜੀ ਜਾਣਕਾਰੀ ਉਹ ਐਡ ਕੀਤੀ ਹੁੰਦੀ ਹੈ ਆਪਣੀਆਂ ਭਾਸ਼ਾਵਾਂ ਦੇ ਵਿੱਚ, ਆਪਣੀਆਂ ਸਕ੍ਰਿਪਟਾਂ ਦੇ ਵਿੱਚ, ਹੈ ਨਾ, ਤਾਂ ਕਿ ਉਹ ਆਪਣੇ ਲੋਕਾਂ ਨੂੰ ਆਦੇਸ਼ ਦੇ ਸਕਣ, ਉਹਨਾਂ ਨੂੰ ਨਿਯਮ ਸਮਝਾ ਸਕਣ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚ ਆ ਜਾਂਦੀਆਂ ਹੈਗੀਆਂ ਨੇ। ਸੋ ਇੱਥੇ ਇੱਕ ਹੈ ਪੁਆਇੰਟ ਮੇਨ ਕਿ ਵਿਦਵਾਨ ਇਹ ਕਿਵੇਂ ਸਮਝਦੇ ਨੇ ਕਿ ਕੀ ਲਿਖਿਆ ਹੋਇਆ ਹੈ। ਇਹ ਇੱਕ ਅਜਿਹੀ ਪ੍ਰਕਿਰਿਆ ਦੇ ਦੁਆਰਾ ਕੀਤਾ ਜਾਂਦਾ ਹੈ ਜਿਸ ਨੂੰ ਡੈਸੀਫਰਮੇਟ ਕਿਹਾ ਜਾਂਦਾ ਹੈ। ਕਾਫੀ ਇੰਪੋਰਟੈਂਟ ਹੈ ਕਿ ਇਹ ਵਿਦਵਾਨ ਇਸ ਚੀਜ਼ ਨੂੰ ਕਿਵੇਂ ਸਾਧਦੇ ਨੇ ਕਿ ਕਿਸੇ ਵੀ ਚੀਜ਼ ਦੇ ਸ਼ਿਲਾਲੇਖ ਦੇ ਉੱਪਰ, ਤਾੜ ਪੱਤਰ ਦੇ ਉੱਪਰ ਜਾਂ ਕਿਸੇ ਦੀਵਾਰ ਦੇ ਉੱਪਰ ਜੋ ਕੁਝ ਵੀ ਲਿਖਿਆ ਹੋਇਆ ਹੈ ਉਹਨੂੰ ਕਿਵੇਂ ਸਟੱਡੀ ਕੀਤਾ ਜਾਂਦਾ ਹੈ, ਠੀਕ ਹੈ, ਜਾਂ ਕਿਹੜੀ ਪ੍ਰਕਿਰਿਆ ਰਾਹੀਂ ਸਮਝਿਆ ਜਾਂਦਾ, ਤਾਂ ਇਸ ਚੀਜ਼ ਨੂੰ ਡੈਸੀਫਰਮੇਟ ਕਿਹਾ ਜਾਂਦਾ ਹੈ। ਸੋ ਇਸ ਤੋਂ ਇਲਾਵਾ ਕੁਝ ਹੋਰ ਪ੍ਰਮੁੱਖ ਹੈ ਕਿ ਮਿਸਰ ਦੇ ਵਿੱਚ ਇੱਕ ਕਾਫੀ ਪੁਰਾਣੀ ਜਿਹੜੀ ਕਹਿ ਸਕਦੇ ਹਾਂ ਕਹਾਣੀ ਮਸ਼ਹੂਰ ਹੈਗੀ ਹੈ, ਜੋ ਕਿ ਉੱਤਰੀ ਅਫਰੀਕਾ ਦੇ ਵਿੱਚ ਪਾਇਆ ਜਾਂਦਾ ਹੈ। ਦੇਸ਼ ਮਿਸਰ ਇਜਿਪਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੋ ਇੱਥੇ ਤਕਰੀਬਨ 5000 ਸਾਲ ਪਹਿਲਾਂ ਇੱਕ ਇਸ ਤਰ੍ਹਾਂ ਦੀ ਤਸਵੀਰ ਮਿਲੀ ਹੈ। ਸੋ ਇੱਥੋਂ ਦੇ ਜਿਹੜੇ ਕਹਿ ਸਕਦੇ ਹੈਗੇ ਆਗੇ ਪੁਰਾਤੱਤਵ ਸੀ, ਉਹਨਾਂ ਨੇ ਇਸ ਚੀਜ਼ ਨੂੰ ਅਧਿਐਨ ਕੀਤਾ ਕਿ ਸ਼ਾਇਦ ਇਹ ਕਿਸੇ ਨਾ ਕਿਸੇ ਰਾਜੇ ਦੀ ਕਹਿ ਸਕਦੇ ਹਾਂ ਤਸਵੀਰ ਹੈਗੀ ਹੈ ਨਾ। ਸੋ ਇਸ ਦੇ ਵਿੱਚ ਆਮ ਸਾਨੂੰ ਦੇਖਣ ਨੂੰ ਮਿਲਦਾ ਹੈਗਾ ਗਾ। ਸੋ ਰੋਜੇਟਾ ਮਿਸਰ ਦੇ ਉੱਤਰੀ ਤੱਟ ਤੇ ਇੱਕ ਸ਼ਹਿਰ ਹੈ ਅਤੇ ਇੱਥੇ ਇੱਕ ਲਿਖਤ ਪੱਤਰ ਮਿਲਿਆ ਹੈ ਜਿਸ ਦੇ ਵਿੱਚ 3 ਵੱਖ-ਵੱਖ ਭਾਸ਼ਾਵਾਂ ਅਤੇ ਲਿਪੀਆਂ, ਯੂਨਾਨੀ ਤੇ ਮਿਸਰੀ ਦੇ ਦੋ ਰੂਪਾਂ ਦਾ ਜਿਹੜਾ ਕਹਿ ਸਕਦੇ ਹਾਂ ਮਿਸ਼ਰਣ ਮਿਲਿਆ ਹੈ। ਸੋ ਇਹ ਸ਼ਿਲਾਲੇਖ ਹੈ, ਤੁਸੀਂ ਦੇਖ ਸਕਦੇ ਹੋ ਅਮਨ, ਜੋ ਇਹ ਪਿਕਚਰ ਦੇ ਵਿੱਚ ਐਡ ਕੀਤਾ ਹੈ। ਸੋ ਯੂਨਾਨੀ ਪੜ੍ਹਨ ਵਾਲੇ ਵਿਦਵਾਨਾਂ ਨੇ ਸਮਝਾਇਆ ਹੈ ਕਿ ਰਾਜਿਆਂ ਤੇ ਰਾਣੀਆਂ ਦੇ ਨਾਮ ਇੱਕ ਛੋਟੇ ਜਿਹੇ ਫਰੇਮ ਦੇ ਵਿੱਚ ਬੰਦ ਹੁੰਦੇ ਸਨ, ਜਿਸ ਨੂੰ ਕਿ ਕਾਰਟੂਜ ਕਿਹਾ ਜਾਂਦਾ ਸੀਗਾ। ਇਹ ਵੀ ਇੰਪੋਰਟੈਂਟ ਹੈ, ਠੀਕ ਹੈ, ਜਿਨ੍ਹਾਂ ਦੇ ਵਿੱਚ ਰਾਜੇ ਤੇ ਰਾਣੀਆਂ ਦੇ ਨਾਮ ਛੋਟੇ ਜਿਹੇ ਫਰੇਮ ਵਿੱਚ ਬੰਦ ਹੁੰਦੇ ਨੇ, ਉਹਨਾਂ ਨੂੰ ਕਾਰਟੂਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੋ ਤਦੋਂ ਉਹਨਾਂ ਨੇ ਕਹਿ ਸਕਦੇ ਹਾਂ ਯੂਨਾਨ ਤੇ ਮਿਸਰੀ ਦੇ ਚਿੰਨ੍ਹਾਂ ਨੂੰ ਜਦੋਂ ਇਕੱਠੇ ਰੱਖਿਆ ਤੇ ਉਹਨਾਂ ਧੁਨਾਂ ਦੀ ਪਹਿਚਾਣ ਕੀਤੀ, ਜਿਨ੍ਹਾਂ ਲਈ ਮਿਸਰ ਦੇ ਪੱਤਰ ਖੜੇ ਕੀਤੇ ਗਏ ਸਨ, ਤਾਂ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਦੇ ਵਿੱਚ ਡਿਫਰੈਂਸ ਹੈ, ਯਾਨੀ ਕਿ ਇੱਕ ਤਰ੍ਹਾਂ ਦੀ ਲੈਂਗੁਏਜ ਹੈ, ਨਾ ਕਿ ਇਹ ਕਿਸੇ ਤਰ੍ਹਾਂ ਦੀ ਕੋਈ ਪਿਕਚਰ ਸੀਗੀ, ਠੀਕ ਹੈ। ਸੋ ਇੱਥੇ ਤੁਸੀਂ ਦੇਖਦੇ ਹਾਂ ਅਸੀਂ ਜਿਵੇਂ ਕਿ ਇੱਕ ਸ਼ੇਰ ਦੇ ਲਈ ਉਹਨਾਂ ਨੇ ਕਹਿ ਸਕਦੇ ਹਾਂ ਐਲ ਜਿਹੜਾ ਉਸ ਨੂੰ ਖੜਾ ਕੀਤਾ ਹੈ, ਮੀਨਸ ਉਸ ਨੂੰ ਨਾਲ ਲਗਾਇਆ ਹੋਇਆ ਹੈ, ਠੀਕ ਹੈ। ਔਰ ਅਗਰ ਅਸੀਂ ਗੱਲ ਕਰੀਏ ਏ ਦੀ, ਤਾਂ ਏ ਜਿਹੜਾ ਇੱਥੇ ਬਣਾਇਆ ਗਿਆ ਉਹ ਇੱਕ ਪੰਛੀ ਦੇ ਲਈ ਇਸਤੇਮਾਲ ਕੀਤਾ ਗਿਆ ਹੈ। ਸੋ ਇਹ ਲੈਂਗੁਏਜ ਹੈ, ਇਹ ਸਮਝ ਸਕਦੇ ਨੇ ਆਰਕੀਟੈਕਚਰ, ਹੈ ਨਾ। ਸੋ ਉਸ ਦੇ ਥਰੂ ਸਮਝਾਇਆ ਗਿਆ ਇਹ, ਤਾਂ ਕਿ ਇੱਕ ਲੈਂਗੁਏਜ ਨੂੰ ਸਮਝਣਾ ਤੁਹਾਡੇ ਲਈ ਆਸਾਨ ਹੋ ਜਾਵੇ ਔਰ ਇਤਿਹਾਸ ਦੇ ਬਾਰੇ ਤੁਸੀਂ ਜਿਹੜਾ ਜਾਣ ਸਕੋ, ਠੀਕ ਹੈ। ਔਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਚਿੱਠੀਆਂ ਜਾਂ ਪੱਤਰ ਹੁੰਦੇ ਹਨ। ਸੋ ਇਹਨਾਂ ਦੇ ਥਰੂ ਜਿਹੜਾ ਇਤਿਹਾਸ ਨੂੰ ਸਮਝਿਆ ਜਾ ਸਕਦਾ ਹੈ, ਜੋ ਲਿਖਤਾਂ ਨੇ ਉੱਥੋਂ ਦੇ ਰਾਜਿਆਂ ਦੀਆਂ, ਰਾਈਟਰਸ ਦੀਆਂ, ਉਹਨਾਂ ਦੇ ਥਰੂ ਵੀ ਅਸੀਂ ਸਮਝ ਸਕਦੇ ਹੈਗੇ ਹਾਂ, ਠੀਕ ਹੈ ਜੀ। ਸੋ ਥੈਂਕ ਯੂ ਜੀ। ਸੋ ਅੱਜ ਦੇ ਸੈਸ਼ਨ ਦੇ ਵਿੱਚ ਇੰਨੇ ਕੁਐਸਚਨ, ਸੋ ਆਸ ਕਰਦਾ ਕਿ ਸਭ ਦੇ ਲਈ ਹੈਲਪਫੁਲ ਰਹਿਣਗੇ, ਠੀਕ ਹੈ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਔਰ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਔਰ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੋ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।